KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮਾਂਗਟ ਵੱਲੋਂ ਸਤਿ ਸ਼੍ਰੀ ਅਕਾਲ। 4 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम तुहाडा स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं। अबैकस डाटा का एक सर्वे सामने आया ते इस सर्वे दे विच यह देखा गया कि जिहड़े नौजवान हैगे आ ਤੇ ਜਿਹੜੇ ਬਜ਼ੁਰਗ ਹੈਗੇ ਵੱਧਦੀ ਉਮਰ ਦੇ ਲੋਕ ਉਹ ਕੰਜ਼ਰਵੇਟਿਵ ਪਾਰਟੀ ਨੂੰ ਹੁਣ ਜ਼ਿਆਦਾ ਲਾਈਕ ਕਰਦੇ ਆ। ਉਹਨਾਂ ਦਾ ਝੁਕਾਅ ਉਧਰ ਹੋ ਚੁੱਕਿਆ ਤੇ ਜੇਕਰ ਫੈਡਰਲ ਚੋਣਾਂ ਹੋ ਜਾਂਦੀਆਂ ਨੇ ਹੁਣ ਤਾਂ ਜਿਹੜੇ ਕੈਨੇਡੀਅਨਸ ਹੈਗੇ ਆ ਜ਼ਿਆਦਾਤਰ 18 ਤੋਂ 29 ਸਾਲ ਦੀ ਉਮਰ ਦੇ ਲਾ ਲਓ 37% ਜਿਹੜੇ ਹੈਗੇ ਆ ਉਹ ਕੰਜ਼ਰਵੇਟਿਵ ਪਾਰਟੀ ਨੂੰ ਹੀ ਸਮਰਥਨ ਕਰਨਗੇ ਜਾਂ ਵੋਟ ਪਾਉਣਗੇ ਅਕੋਰਡਿੰਗ ਟੂ ਦਿਸ ਸਰਵੇ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਖਾਸ ਤੌਰ ਤੇ ਯੂਥ ਵੋਟ ਜਿਹੜੀ ਚੇਂਜ ਹੋਣੀ ਨਾ ਜਸਟਨ ਟਰੂਡੋ ਤੋਂ ਬਾਅਦ ਜਗਮੀਤ ਸਿੰਘ ਨੂੰ ਥੋੜੀ ਚੇਂਜ ਹੋਈ। ਹੁਣ ਇਸ ਵੇਲੇ ਪੀਅਰ ਪੋਲੀਵਰ ਦਾ ਕਰਕੇ, ਕਿਉਂਕਿ ਪੀਅਰ ਪੋਲੀਵਰ ਵੀ 43 ਸਾਲਾਂ ਦੇ, ਜਗਮੀਤ ਸਿੰਘ ਵੀ 43 ਸਾਲਾਂ ਦੇ। 2014 ਚ ਜਦੋਂ ਜਸਟਨ ਟਰੂਡੋ ਹੁਣੀ ਆਏ ਸੀ ਉਸ ਵੇਲੇ ਇਹਨਾਂ ਦੀ ਉਮਰ ਸਾਰਿਆਂ ਨਾਲੋਂ ਯੰਗ ਸੀ ਉਹਨਾਂ ਦੇ ਵਿੱਚ। ਹੁਣ ਤਾਂ 50 ਸਾਲਾਂ ਦੇ ਹੋਏ, ਹੁਣ ਤਾਂ ਬੁੱਢੇ ਲੱਗਦੇ। ਪਰ ਉਸ ਵੇਲੇ ਯੂਥ ਵੋਟਰਸ ਨੂੰ ਇਹਨਾਂ ਨੇ ਆਪਣੇ ਨਾਲ ਲੈਣ ਲਈ ਕੁਛ ਉਹਨਾਂ ਨੂੰ ਮੈਰਵਾਨਾ ਲੀਗਲ ਕੀਤਾ। ਹਾਂਜੀ, ਮੈਰਵਾਨਾ ਨੰਬਰ 1 ਸੈਲਿੰਗ ਪ੍ਰੋਡਕਟ ਸੀ ਵੀ ਉਸ ਵੇਲੇ। ਯੂਥ ਵੋਟ ਇਸ ਕਰਕੇ ਵੀ ਪਈ ਹੈ ਵੀ ਮੈਰਵਾਨਾ ਇਹਨਾਂ ਨੇ ਫ੍ਰੀ ਕਰ ਦਿੱਤਾ ਜੀ। ਬਾਕੀ ਥੋੜਾ ਜਿਹਾ ਹਿਪ ਟਾਈਪ ਸੀ, ਸੈਲਫੀਜ਼ ਲੈਣ ਵਾਲੇ ਤੇ ਵਾਲ ਵਧੀਆ ਵਾਹੁਣ ਵਾਲੇ। ਵੈਸੇ ਵੀ ਡਾਕਟਰ ਸਾਹਿਬ ਟਰੂਡੋ ਸਾਹਿਬ ਜਿਹੜੇ ਹੈਗੇ ਆ ਫੋਟੋਜ਼ ਜਿਹੜੀਆਂ ਇਹਨਾਂ ਦੀਆਂ ਆਪਾਂ ਦੇਖਦੇ ਆ, ਚਾਹੇ ਵੈਸੇ ਵੀ ਨਾਰਮਲੀ ਵੀ ਜੇ ਕਿਤੇ ਜਾਂਦੇ ਹੈਗੇ ਆ ਤਾਂ ਹਰ ਇੱਕ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਲੱਗਦਾ ਹੁੰਦਾ ਜਿੱਦਾਂ ਕੋਈ ਕੰਪੇਨਿੰਗ ਹੀ ਕਰ ਰਹੇ ਹੁੰਦੇ ਆ। ਦੇਖੋ ਇਹ ਯੂਥਫੁਲ ਇਹਨਾਂ ਨੇ ਇੱਕ ਇਨਸਾਨ ਹੈ ਜਿਨ੍ਹਾਂ ਦੀ ਕੋਈ ਹੋਰ ਕੁਆਲੀਫਿਕੇਸ਼ਨ ਨਹੀਂ ਹੈ। ਇੱਕ ਸਿਰਫ ਪੀਅਰ ਐਲੀਅਟ ਟਰੂਡੋ ਦੇ ਬੇਟੇ ਆ। ਹਾਂਜੀ, ਜੀਨਸ ਇਹਨਾਂ ਦੇ ਜਿਹੜੇ ਆ ਠੀਕ ਆ ਤੇ ਉਹਦਾ ਕਰਕੇ ਪ੍ਰਾਈਮ ਮਿਨਿਸਟਰ ਬਣ ਗਏ। ਤੇ ਉਸ ਤੋਂ ਬਾਅਦ ਫਿਰ ਜਦੋਂ ਦੇਖਿਆ ਲੋਕਾਂ ਨੇ ਵੀ ਯੂਥ ਵੋਟਰਸ ਨੇ ਖਾਸ ਤੌਰ ਤੇ ਕਿ ਇਹਨਾਂ ਨੇ ਜਿਹੜਾ ਮੈਰਵਾਨਾ ਤਾਂ ਲੀਗਲਾਈਜ਼ ਕਰਤਾ, ਬਾਕੀ ਕੁਛ ਨਹੀਂ ਕਰਦੇ, ਇੱਧਰ ਚੱਲ ਜਾਂਦੇ ਆ ਉੱਧਰ ਚੱਲ ਜਾਂਦੇ, ਫੋਟੋ ਖਿਚਾਉਂਦੇ ਆ ਤੇ ਉਹ ਫਿਰ ਲੋਕੀ ਅੱਕ ਵੀ ਜਾਂਦੇ ਨਾ। ਇੱਕ ਦੂਸਰਾ ਜਨਰੇਸ਼ਨ ਵੀ ਚੇਂਜ ਹੁੰਦੀ ਰਹਿੰਦੀ ਹੈ ਜੀ। ਹੁਣ ਹਰੇਕ ਸਾਲ ਉਹ ਜਿਹੜੇ ਅਸੀਂ ਯੂਥ ਵੋਟਰਸ ਨੂੰ ਕਹਿੰਦੇ 18 ਤੋਂ 29 ਸਾਲ ਲਈ, 29 ਸਾਲ ਤੋਂ ਉੱਪਰ ਹਰੇਕ ਸਾਲ 'ਚ ਹੀ ਜਿਹੜੀ ਉੱਪਰਲਾ ਵਾਲਾ ਜਿਹੜਾ 29ਵੇਂ ਸਾਲ ਵਾਲਾ ਤਾਂ ਨੂੰ ਹੋ ਜਾਂਦਾ, 30 ਦਾ ਹੋ ਜਾਂਦਾ, 31 ਦਾ ਹੋ ਜਾਂਦਾ। ਹੁਣ 8 ਸਾਲ ਹੋ ਗਏ, ਹੁਣ ਉਹ 29 ਤੇ 8 37 ਸਾਲ ਦੇ ਹੋ ਗਏ ਹੋਣੇ। ਤਾਂ ਉਹਨਾਂ ਦੇ ਵਿਚਾਰ ਵੀ ਚੇਂਜ ਹੋ ਜਾਂਦੇ ਆ, ਵਿਆਹੇ ਜਾਂਦੇ ਆ, ਉਹਨਾਂ ਨੂੰ ਘਰੇਲੂ ਇਸ਼ੂਜ਼ ਵੀ ਆਉਂਦੀਆਂ। ਯੂਥ ਵੋਟਰਸ ਨੂੰ ਘਰੇਲੂ ਇਸ਼ੂਜ਼ ਨਹੀਂ ਆ ਜੀ, ਜਿਹੜੀਆਂ ਅੱਜ ਕੱਲ੍ਹ ਗਰੋਸਰੀ ਦੀ ਇਸ਼ੂ ਆ, ਹਾਊਸਿੰਗ ਦੀ ਇਸ਼ੂ ਆ, ਕਾਰਾਂ ਲੋਕੀ ਖਰੀਦਦੇ ਆ, ਇਹ ਇਹਨਾਂ ਬਾਰੇ ਨਹੀਂ। ਇਹ ਜ਼ਿਆਦਾ ਸਬਸਟੈਂਸ ਬਾਰੇ ਘੱਟ ਸੋਚਦੇ ਆ। ਮੈਰਵਾਨਾ ਪੀਣ ਲਈ ਜਿੱਦਾਂ ਉਹਨਾਂ ਨੂੰ ਜ਼ਿਆਦਾ ਇੰਟਰਸਟ ਹੈ, ਮੈਰਵਾਨਾ ਜ਼ਿਆਦਾ ਅਟਰੈਕਟ ਕਰਦਾ ਨਾ ਇਸ ਵੇਲੇ ਜੀ। ਤੇ ਇੱਕ ਜ਼ਮਾਨਾ ਹੁੰਦਾ ਸੀ ਥੋੜਾ ਚਿਰ ਪਹਿਲਾਂ ਜਦੋਂ ਲੋਕੀ ਆਪਣੇ ਨਾਮ ਬਦਲ ਕੇ ਰੱਖਦੇ ਸੀ ਨਾ, ਹੈਰੀ ਰੱਖਿਆ ਹੈ, ਟੈਰੀ ਰੱਖਿਆ ਹੈ, ਜੈਰੀ ਰੱਖਿਆ ਹੈ। ਹਾਂਜੀ, ਉਦੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸੀ ਵੀ ਅਸੀਂ ਇੰਟੈਗਰੇਟ ਹੋ ਗਏ ਕੈਨੇਡੀਅਨ ਸੋਸਾਇਟੀ ਦੇ ਵਿੱਚ। ਇਹ ਪ੍ਰੈਸ਼ਰ ਸੀ ਨਾ ਐਂਗਲੋ ਸੈਕਸਨਸ ਦਾ ਕਿ ਤੁਸੀਂ ਸਾਡੇ ਵਰਗੇ ਕ੍ਰਿਸਚੀਅਨ ਨਾ ਰੱਖੋ। ਤਾਂ ਬਹੁਤਿਆਂ ਨੇ ਰੱਖੇ ਵੀ ਸੀ, ਸਾਡੀ ਕਮਿਊਨਿਟੀ 'ਚ ਵੀ ਰੱਖੇ ਸੀ। ਹਾਂਜੀ, ਤੇ ਜਿਹੜੇ ਜਦੋਂ ਇਲੈਕਸ਼ਨ ਆਉਂਦੀ ਹੁੰਦੀ ਫਿਰ ਪੰਜਾਬੀ ਵੋਟ ਲੈਣ ਲਈ ਫਿਰ ਉਹਨਾਂ ਦੇ ਚਹੇਤੇ, ਫਿਰ ਸਾਡੇ ਮੀਡੀਆ ਵਾਲੇ ਵੀ ਉਹਨਾਂ ਦੇ ਨਾਲ ਹੀ ਆ। ਉਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਪੰਜਾਬੀ ਨਾਂ ਲੈਣਗੇ, ਜ਼ਰੂਰ ਪੰਜਾਬੀ ਨਾਂ ਲੈਣਗੇ, ਪਿਛੋਕੜ ਦੀ ਗੱਲ ਕਰਨਗੇ, ਪਿੰਡ ਦੀ ਗੱਲ ਕਰਨਗੇ। ਬਸ ਐਂ ਜੀ ਹਰ ਛੋਟੇ ਛੋਟੇ ਬੰਦਿਆਂ ਦੇ ਇਹ ਫਲਾਨਾ ਇਹਦੇ ਨਾਲ ਪੜ੍ਹਦਾ ਹੁੰਦਾ ਸੀ, ਫਲਾਨਾ ਇਹਦੇ ਨਾਲ ਪੜ੍ਹਦਾ, ਤੁਹਾਡਾ ਆਪਣਾ ਜਾਂ ਤੁਹਾਡੀ ਆਪਣੀ, ਇਹੋ ਜਿਹੇ ਸ਼ਬਦ ਵਰਤੇ ਜਾਂਦੇ ਆ। ਫਿਰ ਆਪਣੇ ਬਣ ਜਾਂਦੇ ਜਦੋਂ ਆਪਣੀ ਵੋਟਾਂ ਲੈਣੀਆਂ ਹੁੰਦੀਆਂ। ਹਾਂਜੀ, ਉਦਾਂ ਪਰਾਇਆਂ ਦੇ ਆ ਵੈਸੇ। ਹਾਂਜੀ, ਤੇ
ਜਗਮੀਤ ਸਿੰਘ ਉਸ ਜਨਰੇਸ਼ਨ 'ਚ ਆਏ ਆ ਕਿ ਜਦੋਂ ਆਇਡੈਂਟੀ ਪੋਲਿਟਿਕਸ ਨੂੰ ਇੱਕ ਹੋਰ ਨਜ਼ਰੀਏ ਨਾਲ ਦੇਖਣ ਲੱਗੇ ਯੂਥ ਸਾਡੇ ਖਾਸ ਤੌਰ ਤੇ ਕਿ ਤੁਹਾਨੂੰ ਫਖਰ ਹੋਣਾ ਚਾਹੀਦਾ ਤੁਸੀਂ ਕੌਣ ਹੈ। ਵੈਸੇ ਜਿਹੜਾ ਜਗਮੀਤ ਸਿੰਘ ਨਹੀਂ ਹੈ, ਇਹਦਾ ਨਾਮ ਹੈ ਜਿੰਮੀ ਧਾਲੀਵਾਲ। ਰੀਅਲ ਨੇਮ ਜਿਹੜਾ ਲਿਖਦੇ ਆ ਨਾਂ ਜਗਮੀਤ ਸਿੰਘ ਜਿੰਮੀ ਧਾਲੀਵਾਲ ਲਿਖਦੇ ਆ ਇਹ। ਰਾਈਟ। ਐਕਚੁਅਲੀ ਤਾਂ ਜਿੰਮੀ ਧਾਲੀਵਾਲ ਹੀ ਆ ਉਹ, ਪਰ ਇਹਨਾਂ ਨੇ ਇਸ ਗੱਲ ਦੀ ਚਲਾਕੀ ਕਰ ਲਈ ਦੋਹਾਂ ਭਰਾਵਾਂ ਨੇ। ਇਹਨਾਂ ਨੇ ਫਿਰ ਆਪਣੇ ਨਾਂ ਜਿਹੜੇ ਆ ਜਗਮੀਤ ਸਿੰਘ ਹੀ ਰੱਖਿਆ, ਇਕੱਲਾ ਧਾਲੀਵਾਲ ਵੀ ਕਰ ਦਿੱਤਾ, ਲਾਸਟ ਨੇਮ ਹਟਾਤਾ, ਕਿਉਂਕਿ ਉਹਦੇ ਨਾਲ ਜਿਹੜਾ ਲੀਡਰਸ਼ਿਪ ਬਣਨੀ ਹੁੰਦੀ ਬਾਕੀ ਆਪਣੇ ਇਲਾਕਿਆਂ 'ਚੋਂ ਪੰਜਾਬੀ 'ਚੋਂ ਖੜੇ ਸੀ ਜਿੱਥੇ ਸਿੱਖ ਵੋਟਰ ਜ਼ਿਆਦਾ ਹੈ, ਉੱਥੇ ਇਕੱਲਾ ਸਿੰਘ ਰੱਖੇ ਤੇ ਜ਼ਿਆਦਾ ਵੋਟ ਪੈਣੀ ਸੀ। ਸੋ ਪਖੰਡੀ ਸਾਧ ਜੇ ਦੇਖਿਆ ਜਾਵੇ ਤਾਂ ਜਗਮੀਤ ਸਿੰਘ ਪੂਰਾ ਆ। ਉਹਨਾਂ ਨੇ ਆਪਣਾ ਨਾਮ ਵੀ ਬਦਲ ਲਿਆ, ਆਪਣਾ ਬਾਕੀ ਦਾ ਨਾਮ ਬਦਲ ਕੇ ਰੱਖਦੇ ਆ ਨਾ ਹੈਰੀ, ਤੇ ਇਹ ਜਿੰਮੀ ਤੋਂ ਜਗਮੀਤ। ਵੈਸੇ ਤਾਂ ਨਾਂ ਰੱਖਿਆ ਨਹੀਂ, ਪਹਿਲਾਂ ਹੀ ਘਰਦਿਆਂ ਨੇ ਰੱਖਿਆ ਸੀ, ਪਰ ਪਹਿਲਾਂ ਜਦੋਂ ਜਿੰਮੀ ਕਹਾਉਂਦੇ ਸੀ ਆਪਣੇ ਆਪ ਨੂੰ, ਪੜ੍ਹੇ ਆ ਜਿੰਮੀ ਦੇ ਨਾਂ ਤੇ ਪੜ੍ਹੇ ਆ ਇਹ, ਤੇ ਫਿਰ ਲਾਇਰ ਬਣੇ ਆ। ਉਸ ਤੋਂ ਲਾਇਰ ਤਾਂ ਇਦਾਂ ਦੇ ਸੀ, ਪਰ ਬਾਅਦ ਦੇ ਵਿੱਚ MLA ਬਣ ਗਏ। MLA ਦੇ ਵਿੱਚ ਫਿਰ ਇਹ ਜਗਮੀਤ ਸਿੰਘ ਇਹਨਾਂ ਨੇ ਪੱਗ ਰੱਖੀ ਸੀ ਇਸ ਕਰਕੇ ਕਿ ਇਹ ਟ੍ਰੈਂਡ ਬਣ ਗਿਆ ਵੋਗ ਮੈਗਜ਼ੀਨ ਦੇ ਵਿੱਚ, ਜਿਹੜਾ ਕਿ ਮਾਡਲਿੰਗ ਕਰਵਾਉਂਦੇ ਆ ਇਹ ਮਾਡਲਿੰਗ ਕਰਦੇ ਹੁੰਦੇ ਸੀ ਉੱਥੇ ontario ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ। ਫੋਟੋ ਖਿਚਾਉਂਦੇ ਰਹਿੰਦੇ ਸੀ, ਵੋਗ ਮੈਗਜ਼ੀਨ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਕਿ ਇਹ ਫੈਸ਼ਨ ਕਿੰਨਾ ਕਰਦੇ। ਸੋ ਮਤਲਬ ਮਾਡਲਿੰਗ ਦੇ ਕਰਕੇ ਇਹਨਾਂ ਨੇ ਪੱਗ ਬੰਨੀ ਸੀ। ਮਾਡਲਿੰਗ ਦਾ ਪੱਗ ਤਾਂ ਪਹਿਲਾਂ ਹੀ ਬੰਨੀ ਸੀ, ਪੱਗ ਤਾਂ ਇਹਨਾਂ ਦੇ ਪਿਓ ਨੇ ਪੱਗ ਬੰਨੀ ਆ, ਜਿਹਦੇ ਖਿਲਾਫ ਇਹ ਆਪਣੀ ਕਿਤਾਬ ਦੇ ਵਿੱਚ ਲਿਖਣ ਲੱਗੇ ਸੀ। ਤੇ ਇਹ ਵੀ ਟ੍ਰੈਂਡ ਹੁੰਦਾ ਸੀ ਵੀ ਤੁਸੀਂ ਆਪਣੇ ਆਪ ਨੂੰ ਵਿਕਟਮ ਸ਼ੋਅ ਕਰੋ, ਮੈਂ ਵਿਕਟਮ ਆ। ਠੀਕ ਆ, ਜਿਹੜਾ ਇੱਕ ਸਰਦਾਰਾਂ ਦਾ ਮੁੰਡਾ ਆ ਪੱਗ ਬੰਨ੍ਹ ਕੇ ਤੁਰਿਆ ਫਿਰਦਾ, ਨਿਊਫਾਊਂਡਲੈਂਡ ਦੇ ਵਿੱਚ ਪੜ੍ਹਿਆ, ਵਿੰਡਜ਼ਰ ਪੜ੍ਹਿਆ, ਉਹਨਾਂ ਨੂੰ ਰੇਸਿਜ਼ਮ ਪੇਸ਼ ਆਇਆ ਹੋਣਾ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਗੁੱਟੇ ਵਾਲਿਆਂ ਦੇ ਨਾਲ ਮੈਂ ਦੇਖਿਆ ਸਕੂਲਾਂ ਦੇ ਵਿੱਚ ਵੀ ਰੇਸਿਜ਼ਮ ਹੁੰਦਾ ਸੀ, ਦੂਸਰਿਆਂ ਨਾਲ ਵੀ ਹੁੰਦਾ ਸੀ ਪਰ ਇਹਨਾਂ ਨਾਲ ਜ਼ਿਆਦਾ ਹੁੰਦਾ ਸੀ। ਤੇ ਆਪਣੇ ਉਸ ਰੇਸਿਜ਼ਮ ਦੀ ਤਾਂ ਗੱਲ ਕਰਨੀ ਹੈ, ਪਰ ਫਿਰ ਇਹ ਵੀ ਕਿਹਾ ਵੀ ਸਾਡਾ ਬਾਪ ਵੀ ਇਦਾਂ ਦਾ ਹੁੰਦਾ ਸੀ, ਸਾਡੀ ਉਹਨੇ ਹੈਲਪ ਨਹੀਂ ਕੀਤੀ। ਹਾਲਾਂਕਿ ਉਹਨਾਂ ਨੇ ਹੋਰ ਕੀ ਕਰ ਸਕਦਾ, ਜਿਹੜੇ ਨੇ ਪੜ੍ਹਾਇਆ, ਤੁਹਾਨੂੰ ਘਰ ਰੱਖਿਆ, ਜੋ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹ ਦਿੱਤੀਆਂ ਉਹਨਾਂ ਨੇ, ਤੁਹਾਡੀ ਐਜੂਕੇਸ਼ਨ ਦਿੱਤੀ ਹੈ। ਤੇ ਹੁਣ ਤੁਸੀਂ ਕੁਝ ਬਣ ਗਏ ਆ ਤਾਂ ਤੁਸੀਂ ਕਹਿ ਰਹੇ ਕਿ ਸਾਡੇ ਬਾਪ ਠੀਕ ਨਹੀਂ ਸੀ ਜਿੱਦਾਂ ਹੋਣਾ ਚਾਹੀਦਾ। ਤੇ ਲੋਕਾਂ ਨੇ ਫਿਰ ਜਗਮੀਤ ਸਿੰਘ ਨੂੰ ਇਦਾਂ ਦੇਖਿਆ ਕਿ ਇਹ ਆਇਡੈਂਟੀ ਬਾਰੇ ਗੱਲ ਕਰਦੇ ਆ, ਆਇਡੈਂਟੀ ਬਾਰੇ ਫਿਰ ਫਿਸਲ ਗਈ ਉਹਨਾਂ ਦੀ ਗੱਲ। ਜਦੋਂ ਸਿੱਖੀਜ਼ਮ ਦੀ ਗੱਲ ਇਸ਼ੂ, ਪੱਗਾਂ ਦੀ ਇਸ਼ੂ ਆਈ ਨਾ ਕਿਊਬੈਕ ਦੇ ਵਿੱਚ, ਉੱਥੇ ਚੁੱਪ ਸੀ ਬਿਲਕੁਲ, ਉੱਥੇ ਚੁੱਪ ਕਰ ਗਏ। ਇਹਨਾਂ ਨੇ ਆਬਜੈਕਸ਼ਨ ਕੀਤਾ ਉਸ ਲੜਕੀ ਤੇ ਜਿਹਨੇ ਸਵਾਲ ਕਰ ਦਿੱਤਾ। ਨਾਲੇ ਸਵਾਲ ਵੀ ਇਹਨਾਂ ਨੂੰ ਨਹੀਂ ਕੀਤਾ ਸੀ, ਸਵਾਲ ਵੀ ਉਹਨੇ ਕਿਊਬੈਕ ਦੇ ਪੋਲੀਟੀਸ਼ੀਅਨ ਨੂੰ ਕੀਤਾ ਸੀ। ਉਹਦੇ ਤੇ ਪ੍ਰੈਸ਼ਰ ਪਾਇਆ NDP ਨੇ ਉੱਥੇ ਕਿ ਤੁਸੀਂ ਬੋਲੋ, ਸਾਡੇ ਕਿਊਬੈਕ ਦੇ ਵਿੱਚ ਅਸੀਂ ਪੱਗਾਂ ਬੰਦ ਕੀਤੀਆਂ ਹੈ, ਸਰਕਾਰੀ ਕੰਮ ਲੈਣ ਤੋਂ ਹਿਜਾਬ ਬੰਦ ਕੀਤਾ ਹੈ। ਤੇ ਇਹਨਾਂ ਨੂੰ ਉਸ ਪ੍ਰੈਸ਼ਰ ਦੇ ਥੱਲੇ ਬੋਲਣਾ ਪਿਆ, ਕਿਉਂਕਿ ਇਹਨਾਂ ਨੇ ਇਹ ਦੇਖਿਆ ਕਿ ਮੇਰੀ ਲੀਡਰਸ਼ਿਪ ਨਹੀਂ ਇੱਧਰ ਉੱਧਰ ਨਾ ਚੱਲ ਜਾਵੇ। ਸੋ ਜਿਹੜੇ ਬੰਦੇ ਜਾਂਦੇ, ਇਹ ਨੇਟਿਵ ਲੋਕਾਂ ਦੇ ਰਿਜ਼ਰਵ ਤੇ ਜਾਂਦਾ ਹੁੰਦਾ ਸੀ, ਉੱਥੇ ਜਾ ਕੇ ਕਹਿਣਾ ਕਿ ਮੈਂ ਤੁਹਾਡੇ ਪਾਣੀ ਲਈ ਲੜੂੰਗਾ। ਹੁਣ ਸਭ ਕੁਝ ਜੋ ਕੁਝ ਇਹਨਾਂ ਨੇ ਕਿਹਾ ਸੀ, ਫਾਰਮਾਸਿਊਟੀਕਲ ਪਲਾਨ ਹੋਣੀ ਚਾਹੀਦੀ ਹੈ, ਡੈਂਟਲ ਕੇਅਰ ਹੋਣੀ ਚਾਹੀਦੀ ਹੈ, ਚਾਈਲਡ ਕੇਅਰ ਹੋਣਾ ਚਾਹੀਦਾ, ਨੇਟਿਵ ਲੋਕਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਮਿਲਣਾ ਚਾਹੀਦਾ, ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਉਹ ਕੱਖ ਨਹੀਂ ਕੀਤਾ ਜਸਟਿਨ ਟਰੂਡੋ ਨੇ। ਤਾਂ ਉਹਦੇ ਨਾਲ ਹੀ ਜਗਮੀਤ ਸਿੰਘ ਵੀ ਉਹਨਾਂ ਨੇ ਯੂਥ ਤੇ ਜਿਹੜੇ ਯੂਥ ਵੋਟਰਸ ਆ ਉਹਨਾਂ ਨੇ ਸੋਚਿਆ ਕਿ ਇਹ ਉਹਨਾਂ ਨੂੰ ਗਰੰਟੀ ਦੇ ਰਿਹਾ ਵੀ ਤੁਸੀਂ 2025 ਤਾਈਂ ਪ੍ਰਾਈਮ ਮਿਨਿਸਟਰ ਹੀ ਰਹੋਗੇ। ਇਹਨਾਂ ਨੇ ਸਮਝੌਤਾ ਕੀਤਾ, ਇਹਨਾਂ ਨੇ ਸਮਝੌਤਾ ਕੀਤਾ ਹੈ। ਤੇ ਨਾਲੇ ਇੱਕ ਪਾਸੇ ਤੁਸੀਂ ਦੂਸਰੇ ਦੰਦ ਹਾਥੀ ਵਾਲੇ ਹੋ ਰਿਹਾ, ਬਾਹਰ ਤੁਸੀਂ ਕਹਿੰਦੇ ਫਿਰਦੇ ਆ, ਕ੍ਰਿਟਿਸਾਈਜ਼ ਕਰਦੇ ਆ, ਆਲੋਚਨਾ ਕਰਦੇ ਆ ਇਹਨਾਂ ਦੀ। ਦੇਖੋ ਡਾਕਟਰ ਸਾਹਿਬ, ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜੇ ਟਵੀਟ ਕਰਦੇ ਆ ਉਹ ਸਾਰੇ ਅਗੇਂਸਟ ਹੁੰਦੇ ਆ ਇਹਨਾਂ ਦੇ, ਜਸਟਿਨ ਟਰੂਡੋ ਸਰਕਾਰ ਦੇ, ਤੇ ਫਿਰ ਉਹਨਾਂ ਦੇ ਨਾਲ ਇਹ ਮੀਟਿੰਗਸ ਕਰਦੇ ਹੈਗੇ, ਡਿਨਰ ਕਰਦੇ, ਲੰਚ ਕਰਦੇ, ਸਮਝ ਹੀ ਨਹੀਂ ਆਉਂਦਾ। ਜਸਟਿਨ ਟਰੂਡੋ ਦੀ ਸਰਕਾਰ ਇਸ ਵੇਲੇ ਤਾਂ ਬੈਠੀ ਆ ਕਿਉਂਕਿ NDP ਦੇ ਜਗਮੀਤ ਸਿੰਘ ਉਹਨਾਂ ਨੇ ਉਹਨਾਂ ਨੂੰ ਹਾਂ ਕੀਤੀ ਹੈ, ਚਾਬੀਆਂ ਫੜਾਈਆਂ ਹੈ। ਇਹ ਉਹਨਾਂ ਦੀ ਸਪੋਰਟ ਕਰਦੇ ਆ। ਜੇ ਉੱਥੇ ਭਰੋਸੇ ਦਾ ਮਤਾ ਪਾਸ ਕੀਤਾ ਹੋਇਆ
ਤੇ ਇਹ ਉਹਨਾਂ ਦੀ ਸਪੋਰਟ ਕਰਦੇ ਆ ਕਿ ਇਹਨਾਂ ਨੇ ਕਿਹਾ ਆ ਉਹਨਾਂ ਨੂੰ ਵੀ ਸਾਡੀ ਸਪੋਰਟ 4 ਸਾਲ ਪੂਰੀ ਤੁਹਾਡੇ ਨਾਲ 5 ਸਾਲ ਰਹੂਗੀ, ਸੌਰੀ 4 ਸਾਲ 25 ਤਾਈਂ, ਹਾਂਜੀ 25 ਤੱਕ। ਤੇ ਉਹਦੇ ਵਿੱਚ ਹੁਣ ਯੂਥ ਜਿਹੜੇ ਵੋਟਰਸ ਆ ਉਹਨਾਂ ਨੂੰ ਤਾਂ ਉਹ ਵੀ ਤਾਂ ਸੁਣਦੇ ਹੀ ਆ ਜੀ। ਉਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਪਖੰਡੀ ਨੂੰ ਅਸੀਂ ਸਮਝਦੇ ਸੀ ਕਿ ਵਾਕਿਆ ਆਇਡੈਂਟੀ ਬਾਰੇ ਆਪਣੇ ਗੱਲ ਕਰਦਾ ਹੈ, ਪਰ ਇਹ ਆਪਣੇ ਪੱਗ ਬਾਰੇ ਨਹੀਂ ਖੜ ਸਕਦਾ ਬੰਦਾ ਜਿਹੜੀ ਸਿਰ ਤੇ ਬੰਨੀ ਹੋਏ ਇਹਦੇ, ਉਸ ਬੰਦੇ ਦਾ ਦੱਸੋ ਕੀ ਮੁੱਲ ਹੋਊਗਾ। ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ। ਵੈਸੇ ਵੀ ਐਨਡੀਪੀ 10 ਪੁਆਇੰਟਸ ਦੇ ਨਾਲ ਹੇਠਾਂ ਵੱਲ ਆਈ ਆ। ਜਨਵਰੀ ਦੇ ਵਿੱਚ 18 ਤੋਂ 19 ਸਾਲ ਦੇ 31% ਲੋਕਾਂ ਨੇ ਐਨਡੀਪੀ ਨੂੰ ਤਰਜੀਹ ਦਿੱਤੀ ਸੀ ਤੇ ਹੁਣ ਸਿਰਫ 21% ਹੀ ਰਹਿ ਗਏ ਆ। ਉਹਨਾਂ ਨੇ ਪਿਛਲੇ 6 ਮਹੀਨਿਆਂ 'ਚ ਦੇਖ ਲਿਆ ਵੀ ਕਰਦੇ ਕੀ ਹੈ। ਹਾਂਜੀ, ਇਹਨਾਂ ਦਾ ਐਗਰੀਮੈਂਟ ਹੋਇਆ ਜਸਟਿਨ ਟਰੂਡੋ ਦੇ ਨਾਲ। ਫਿਰ ਦੇਖੋ ਇਹਨਾਂ ਦੀ ਪਰਸਨਲ ਲਾਈਫ ਹੀ ਦੇਖ ਲਓ। ਪਰਸਨਲ ਲਾਈਫ ਦੇ ਵਿੱਚ ਇੱਕ ਐਮਪੀ ਆ, ਇੱਕ ਪਾਰਟੀ ਦਾ ਲੀਡਰ ਆ, ਉਹਨਾਂ ਨੂੰ ਪਾਰਟੀ ਦੇ ਲੀਡਰ ਦੇ ਤੌਰ ਤੇ ਪੈਸੇ ਮਿਲਦੇ ਹਾਊਸ ਆਫ ਕਾਮਨ ਦੇ ਵਿੱਚ, ਤੇ ਐਮਪੀ ਦੀ ਤਨਖਾਹ ਹੀ ਮਿਲਦੀ 90,000। ਤਾਂ ਫਿਰ ਵੀ ਇੱਕ ਰੌਕਿੰਗ ਚੇਅਰ ਮੁਫਤ ਲਈ ਆ ਕਿਸੇ ਦੇ ਕੋਲੋਂ ਐਡਵਰਟਾਈਜ਼ਮੈਂਟ ਕਰਨ ਲਈ। ਉਹ ਇੰਸਟਾਗ੍ਰਾਮ ਤੇ ਐਡ ਦੇ ਰਹੇ ਸੀ ਕਿ ਬੱਚੇ ਨੂੰ ਲੈ ਕੇ ਇੱਥੇ ਰੌਕਿੰਗ ਚੇਅਰ ਕਿੱਦਾਂ ਤੇ ਕਿਸ ਤਰ੍ਹਾਂ ਬੈਠ ਸਕਦੇ। ਉਹ ਇਸ਼ੂ ਨਹੀਂ ਸੀ ਬਣ ਰਹੀ। ਜਗਮੀਤ ਸਿੰਘ ਦੇ ਅਖਲਾਕ ਦੀ ਕੋਈ ਇਸ਼ੂ ਨਹੀਂ। ਇਹ ਨਹੀਂ ਹੈ ਕਿ ਜਗਮੀਤ ਸਿੰਘ ਦੀ ਆਤਮਾ ਜਗ ਪਈ। ਆਤਮਾ ਉਹਨਾਂ ਦੀ ਜਾਗੀ ਜਿੱਦਣ ਸੀਬੀਸੀ ਨੇ ਰਿਪੋਰਟ ਕਰਤੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਡਾਕਟਰ ਸਾਹਿਬ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ ਸੀ ਇਸ ਮੁੱਦੇ ਦਾ। ਇਸ ਕਰਕੇ ਹੋਇਆ ਨਾ, ਜਾਂ ਤਾਂ ਤੁਸੀਂ ਲਿਆ ਕੇ ਉਹਨਾਂ ਦੀ ਵਾਈਫ ਨੇ ਲਿਆਂਦੀ ਸੀ ਉਹ, ਹਾਂਜੀ, ਤੇ ਇਹਨਾਂ ਦੋਹਾਂ ਜਾਣਿਆਂ ਨੇ ਉਹਨਾਂ ਦੀ ਐਡ ਦਿੱਤੀ, ਦੋਵੇਂ ਜਾਣਿਆਂ ਨੇ ਬੈਠ ਕੇ ਉਹ ਤੇ ਫਿਰ ਇੰਸਟਾਗ੍ਰਾਮ ਤੇ ਪਾਈਆਂ ਫੋਟੋਜ਼। ਹਾਂਜੀ, ਅੱਛਾ, ਉਹਨਾਂ ਚਿਰ ਇਹਨਾਂ ਦੀ ਕੋਈ ਆਤਮਾ ਕੋਈ ਨਹੀਂ ਜਾਗੀ, ਕੁਛ ਨਹੀਂ ਹੋਇਆ ਇਹਨਾਂ ਨੂੰ। ਸੀਬੀਸੀ ਨੂੰ ਜਿਸ ਦਿਨ ਪਤਾ ਲੱਗਾ ਕਿਸੇ ਰਿਪੋਰਟਰ ਨੂੰ ਵੀ ਇਹ ਇਦਾਂ ਨਹੀਂ ਕਰ ਸਕਦੇ, ਤੁਸੀਂ ਕਿਸੇ ਦੇ ਕੋਲੋਂ ਕੋਈ ਚੀਜ਼ ਮੁਫਤ ਲੈ ਕੇ ਉਹਦੀਆਂ ਐਡਸ ਨਹੀਂ ਦੇ ਸਕਦੇ ਜੀ, ਇਹ ਅਖਲਾਕੀ ਤੌਰ ਤੇ ਗਲਤ ਗੱਲ ਆ। ਹਾਂਜੀ, ਤੇ ਉਹਨਾਂ ਨੇ ਰਿਪੋਰਟ ਕਰ ਦਿੱਤਾ, ਸੀਬੀਸੀ ਦੇ ਵਿੱਚ ਨੈਸ਼ਨਲ ਰਿਪੋਰਟ ਆ ਗਈ। ਉਸ ਤੋਂ ਬਾਅਦ ਜਗਮੀਤ ਸਿੰਘ ਦੀ ਆਤਮਾ ਜਾਗ ਪਈ ਰਿਪੋਰਟ ਦੇਖ ਕੇ। ਹਾਂਜੀ, ਤੇ ਕਹਿੰਦੇ ਕਿ ਮੈਂ ਹੁਣ ਪੈਸੇ ਮੋੜੇ ਆਉਣੇ, ਉਹਨਾਂ ਦੇ ਪੈਸੇ ਦੇ ਕੇ ਜਾਣੇ ਆ। ਉਹ ਕਹਿੰਦੇ ਅਸੀਂ ਤਾਂ ਮੁਫਤ ਦਿੱਤੀ ਸੀ ਤੁਹਾਨੂੰ ਵੀ ਐਡ ਕਰੋਗੇ ਸਾਡੀ। ਹਾਂਜੀ, ਪਰ ਇਹ ਕਹਿੰਦੇ ਫਿਰ ਪੈਸੇ 1700-1800 ਬਣਦਾ ਸੀ, ਉਹਨਾਂ ਦਾ ਦੇ ਕੇ ਆਏ। ਪੈਸੇ ਦੇਣ ਤੋਂ ਬਾਅਦ ਡਾਕਟਰ ਸਾਹਿਬ ਫਿਰ ਇਹਨਾਂ ਨੇ ਰਸੀਦਾਂ ਵੀ ਕੀਤੀਆਂ ਸੀ ਆਪਣੇ ਸ਼ੇਅਰ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ। ਚਲੋ ਉਹ ਤਾਂ ਇਦਾਂ ਵੀ ਚੋਰ ਫੜਿਆ ਗਿਆ। ਹਾਂਜੀ, ਚੋਰ ਫੜਿਆ ਗਿਆ ਚੋਰੀ ਕਰਦਾ, ਤੇ ਫਿਰ ਉਹ ਕਹੇ ਵੀ ਮੈਨੂੰ ਮਾਫ ਕਰ ਦਿਓ ਮੈਂ ਚੋਰੀ ਕੀਤੀ। ਪਰ ਗੱਲ ਤਾਂ ਇਹ ਆ ਵੀ ਉਹ ਚੋਰੀ ਕਰਦਾ ਸੀ। ਹਾਂਜੀ, ਸੋ ਚੋਰੀ ਕਰਦੇ ਦੀ ਆਤਮਾ ਨਹੀਂ ਜਾਗੀ, ਜੋ ਫੜ ਹੋ ਗਿਆ ਫੇਰ ਆਤਮਾ ਜਾਗੀ ਹੈ। ਹਾਂਜੀ, ਇਹ ਚੋਰੀ ਵੀ ਕਰਨੀ ਆ ਤੇ ਜਾਂ ਜੇ ਖਰਿਆ ਕਿੰਨੀਆਂ ਚੋਰੀਆਂ ਕੀਤੀਆਂ ਹੋਣੀਆਂ ਜਗਮੀਤ ਸਿੰਘ ਨੇ ਜਿਹੜੀਆਂ ਨਹੀਂ ਫੜ ਹੋਈਆਂ। ਜੀ ਬਿਲਕੁਲ। ਅੱਛਾ, ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਐਮਐਲਏ ਹੁੰਦੇ ਸੀ ਉੱਥੇ ontario ਦੇ ਵਿੱਚ, ਇਹ ਵੋਗ ਮੈਗਜ਼ੀਨ ਜਿਹੜਾ ਆ ਉਹਦੇ ਲਈ ਮਾਡਲਿੰਗ ਕਰਦੇ ਰਹੇ ਆ। ਹਾਂਜੀ, ਤੇ ਕਿੰਨੇ ਕੁ ਵੱਡੇ ਸਿੱਖ ਆ ਇਹ, ਕਿੰਨੇ ਕੁ ਵੱਡੇ ਇਹਨਾਂ ਨੂੰ ਆਇਡੈਂਟੀ ਬਾਰੇ ਆਪਣੇ ਬਾਰੇ, ਉਹ ਕਿਬੈਕ ਦੀ ਇਸ਼ੂ ਨੇ ਇਹਨਾਂ ਨੂੰ ਨੰਗੇ ਕਰਕੇ ਰੱਖ ਦਿੱਤਾ। ਹਾਂਜੀ, ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਬਿਲਕੁਲ ਚੁੱਪ ਸੀ। ਇਹ ਆਪਣੀ ਆਇਡੈਂਟੀਟੀ ਤੇ ਜਦੋਂ ਇਹਦੀ ਤੇ ਸਵਾਲ ਉੱਠਿਆ ਉੱਥੇ ਵੀ ਚੁੱਪ ਸੀ। ਇਦੋਂ ਪਹਿਲਾਂ ਜਿਹੜੇ ਲੀਡਰ ਸੀ ਨਾ ਜਿਨ੍ਹਾਂ ਨੂੰ ਇਹਨਾਂ ਨੇ ਰਿਪਲੇਸ ਕੀਤਾ, ਇਹਨਾਂ ਨੇ ਸਾਜ਼ਿਸ਼ਾਂ ਕਰਕੇ ਉਹਨੂੰ ਕੱਢਿਆ, ਟੌਮ ਮਲਕੇਰ ਜਿਹੜੇ ਸੀ, ਹਾਂਜੀ, ਉਹਨਾਂ ਨੇ 44 ਸੀਟਾਂ ਐਨਡੀਪੀ ਲਈ ਜਿੱਤੀਆਂ, ਇਹਨਾਂ ਨੇ ਘਟਾ ਕੇ 24 ਕੀਤੀਆਂ ਬਾਅਦ ਦੇ ਵਿੱਚ। ਹਾਂਜੀ, ਉਸ ਬੰਦੇ ਨੂੰ ਕੱਢਿਆ। ਉਸ ਬੰਦੇ ਨੇ, ਉਹ ਕਿਬੈਕ ਤੋਂ ਆ ਐਕਚੁਅਲੀ, ਉਸ ਬੰਦੇ ਨੇ ਸੈਕੂਲਰ ਲਾਅ ਦੇ ਖਿਲਾਫ ਸਟੈਂਡ ਲਿਆ। ਜਿਹੜਾ ਬੰਦਾ ਐਕਚੁਅਲੀ ਕਿਬੈਕ ਤੋਂ ਜੀ, ਉਹ ਕਹਿੰਦਾ ਕਿ ਮੈਂ ਭਾਵੇਂ ਕਿਬੈਕ ਤੋਂ ਆ, ਇਸ਼ੂ ਤਾਂ ਹੈ ਵੀ ਤੁਸੀਂ ਜੇ ਟੀਚਰ ਹਾਇਰ ਕਰਨਾ ਜਾਂ ਕੋਈ ਵੀ ਸਰਕਾਰੀ ਅਫੀਸ਼ੀਅਲ ਹਾਇਰ ਕਰਨਾ, ਉਹਦੀ ਪੱਗ ਦਾ ਉਹਦੇ ਕੰਮ ਦੇ ਨਾਲ ਕੀ ਸੰਬੰਧ ਆ। ਹਾਂਜੀ, ਧਾਰਮਿਕ ਚਿੰਨ੍ਹ ਦਾ ਤਾਂ ਉਹਨਾਂ ਨੇ ਕਿਹਾ ਸੀਗਾ ਇਹਦੇ ਨਾਲ ਕੋਈ ਮਤਲਬ ਨਹੀਂ। ਕੋਈ ਬੰਦਾ ਕੈਮਿਸਟਰੀ ਪੜ੍ਹਾ ਰਿਹਾ, ਉਹਨੂੰ ਕੈਮਿਸਟਰੀ ਤਾਂ ਨਹੀਂ ਭੁੱਲ ਜਾਣੀ ਵੀ ਇਹਨੂੰ ਪੱਗ ਬੰਨੀ ਹੈ ਜੀ, ਜਾਂ ਉਹਨੇ ਹਿਜਾਬ ਲਿਆ ਸਿਰ ਤੇ। ਤੁਸੀਂ ਇੰਨਾ ਤਾਂ ਬੋਲ ਰਹੇ ਹੋ, ਜੇ ਕਿਬੈਕ ਦਾ ਤੁਹਾਡਾ ਲੀਡਰ ਬੋਲ ਸਕਦਾ ਹੈ, ਨੈਸ਼ਨਲ ਲੀਡਰ ਸੀ ਉਹ, ਉਹਨਾਂ ਨੇ ਬੋਲਿਆ, ਉਹ ਕਹਿੰਦੇ ਮੇਰੇ ਖਿਲਾਫ ਬਹੁਤ ਲੋਕੀ ਹੋਏ, ਬਹੁਤ ਉਹਨਾਂ ਨੂੰ ਟਵੀਟਸ ਕੀਤੀਆਂ ਕਿਬੈਕ ਦੇ ਲੋਕਾਂ ਨੇ, ਪਰ ਫਿਰ ਵੀ ਉਹਨਾਂ ਨੇ ਸਟੈਂਡ ਲਿਆ। ਕਹਿੰਦੇ ਇਹ ਗੱਲ ਨਹੀਂ ਹੈ ਕਿ ਮੈਂ ਕਿਬੈਕ ਦੇ ਸਰਕਾਰ ਦੇ ਹੱਕ 'ਚ ਬੋਲਾਂ,
ਮੈਂ ਤਾਂ ਇੱਕ ਸਟੈਂਡ ਲੈ ਰਿਹਾ ਕਿ ਇਹ ਗੱਲ ਗਲਤ ਹੈ ਜੀ। ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਔਰ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਜੇ ਅਸੀਂ NDPI ਨਾ ਕਰਾਂਗੇ ਤਾਂ ਹੋਰ ਕੌਣ ਕਰੂਗਾ। ਜਗਮੀਤ ਸਿੰਘ ਨੇ ਇਹ ਸਾਬਤ ਕਰ ਦਿੱਤਾ ਕਿ ਹਾਥੀ ਦੇ ਦੰਦ ਦਿਖਾਉਣ ਵਾਲੇ ਹੋ ਰਿਹਾ, ਦਿਖਾਉਣ ਵਾਲੇ ਇਹਦੇ ਬਹੁਤ ਵੱਡੇ ਆ ਜੀ। ਪੱਗ ਜਿਹੜੀ ਆ ਉਹ 2-3 ਮੀਟਰ ਆਮ ਪੱਗਾਂ ਨਾਲੋਂ ਜ਼ਿਆਦਾ ਹੀ ਲੱਗਦੀ ਹੈ ਤੇ ਖਾਣ ਵਾਲੇ ਹੋ ਰਹੇ ਤੇ ਉਹਦੇ ਕਰਕੇ ਹੁਣ ਲੋਕੀ ਜਿਹੜੇ ਯੰਗ ਵੋਟਰਸ ਆ ਉਹ ਇਸ ਵੇਲੇ ਪੀਅਰ ਪੋਲੀਵਰ ਵੱਲ ਹੋਏ ਆ। ਹਾਂਜੀ। ਇਹ ਇੱਕ ਗੱਲ ਸਾਬਤ ਇਹ ਹੁੰਦੀ ਹੈ ਕਿ ਦੇਖੋ ਯੂਥ ਵੋਟਰਸ ਜਿਹੜੇ ਆ ਉਹ ਐਕਚੁਅਲੀ ਤਾਂ ਆਉਣਾ ਚਾਹੁੰਦੇ ਆ ਆਪਣੇ ਅਰੀਨਾ ਦੇ ਵਿੱਚ, ਉਹ ਐਕਚੁਅਲੀ ਵੋਟ ਪਾਉਣੀ ਚਾਹੁੰਦੇ ਕਿਸੇ ਲਈ। ਜਿੱਦਾਂ ਪਹਿਲਾਂ ਜਸਟਨ ਟਰੂਡੋ ਲਈ ਪਾਉਣੀ ਸ਼ੁਰੂ ਕੀਤੀ, ਫਿਰ ਉਹਨਾਂ ਨੇ ਜਗਮੀਤ ਸਿੰਘ ਦਾ ਪੱਲਾ ਫੜਿਆ। ਹੁਣ ਇਹ ਬੰਦੇ ਦਗਾ ਕਰ ਜਾਣ, ਇਹ ਕੁਛ ਨਾ ਕਰਨ ਤਾਂ ਉਹ ਨਿਰਾਸ਼ ਹੁੰਦੇ ਆ, ਫਿਰ ਵੋਟ ਪਾਉਣੋਂ ਹਟ ਜਾਣ ਤਾਂ ਫਿਰ ਇਹਨਾਂ ਨੇ ਕਹਿਣਾ ਲੋਕੀ ਵੋਟ ਨਹੀਂ ਪਾਉਂਦੇ। ਹਾਂਜੀ। ਹੁਣ ਕੋਈ ਰੀਜ਼ਨ ਆ, ਕੋਈ ਕਾਰਨ ਆ ਕਰਕੇ ਇਸ ਜਿਹੜੇ ਯੂਥ ਵੋਟਰਸ ਨੇ ਆਪਣਾ ਮੁੱਖ ਮੋੜਿਆ ਇਹਨਾਂ ਤੋਂ। ਇਹ ਨਹੀਂ ਕਿ ਉਹ ਆਲ ਦਾ ਸਡਨ ਕੰਜ਼ਰਵੇਟਿਵ ਬਣ ਗਏ ਸਾਰੇ। ਉਹਨਾਂ ਨੂੰ ਲੱਗਦਾ ਹੈ ਕਿ ਪੀਅਰ ਪੋਲੀਵਰ ਜਿਹੜੇ ਆ, ਇੱਕ ਤਾਂ ਇਹਨਾਂ ਨੂੰ ਜਸਟਨ ਟਰੂਡੋ ਤੋਂ ਯੰਗ ਨੇ, ਦੂਸਰਾ ਉਹ ਲੱਗਦਾ ਕਿ ਜਿਹੜੀਆਂ ਗੱਲਾਂ ਅਸੀਂ ਕਰਨਾ ਚਾਹੁੰਦੇ ਆ ਉਹ ਇਹ ਬੋਲਦੇ ਆ। ਹਾਂਜੀ। ਹੁਣ ਬੋਲਦੇ ਹੀ ਆ ਕਿ ਕਰਨਗੇ ਵੀ ਕੁਛ ਜਾਂ ਨਹੀਂ ਕਰਨਗੇ, ਇਹ ਜੋ ਜਿੱਤਣਗੇ ਉਦੋਂ ਪਤਾ ਲੱਗਣਾ। ਹਾਂਜੀ ਡਾਕਟਰ ਸਾਹਿਬ, ਇਹ ਤਾਂ ਫਿਰ ਜਿੱਤਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹਨਾਂ ਦੀ ਕਹਿਣੀ ਤੇ ਕਰਨੀ ਚ ਕਿੰਨਾ ਕੁ ਫਰਕ ਆ। ਤਾਂ ਹੋਰ 5 ਸਾਲਾਂ ਲਈ ਫਿਰ ਕੋਈ ਹੋਰ ਯੂਥ ਬੰਦਾ ਲੱਭਣਗੇ। ਹਾਂਜੀ ਬਿਲਕੁਲ। ਪਰ ਜੇਕਰ ਹੁਣ ਵੋਟਾਂ ਪੈ ਜਾਂਦੀਆਂ ਨੇ ਤਾਂ ਫਿਰ ਜਿਹੜੇ ਕੰਜ਼ਰਵੇਟਿਵ ਹੈਗੇ ਆ ਉਹਨਾਂ ਦੇ ਜਿੱਤਣ ਦੇ ਚਾਂਸਸ ਜ਼ਿਆਦਾ ਨੇ। ਉਹਨਾਂ ਦੇ ਓਵਰਆਲ ਵੀ ਜ਼ਿਆਦਾ ਹੈ ਤੇ ਯੂਥ ਜਿਹੜੇ ਯੰਗ ਵੋਟਰਸ ਆ ਉਹ ਵੀ ਉਹਨਾਂ ਨੂੰ ਜ਼ਿਆਦਾ ਵੋਟਾਂ ਪਾਉਣਗੇ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਸਰਬੀਆ ਤੇ ਕੋਸੋਵੋ ਦੁਬਾਰਾ ਤੋਂ ਜੰਗ ਦੇ ਕੰਢੇ ਤੇ ਕਿਉਂ ਨੇ? ਦੇਖੋ, ਇਹ ਇੱਕ ਐਸਾ ਖੇਤਰ ਹੈ ਜਿੱਥੇ ਕਿ ਬਹੁਤ ਲੜਾਈਆਂ ਹੋਈਆਂ, ਖਾਸ ਤੌਰ ਤੇ 90ਵਿਆਂ ਦੇ ਵਿੱਚ। ਉਸ ਤੋਂ ਪਹਿਲਾਂ ਵੀ ਹੁੰਦੀਆਂ ਰਹੀਆਂ ਔਰ ਵੱਡੀਆਂ ਪਾਵਰਸ ਇੱਥੇ ਆਪਣੇ ਆਪਣੇ ਹਿੱਤਾਂ ਲਈ ਲੜਦੀਆਂ ਰਹੀਆਂ। ਤੇ ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਬਣਿਆ ਹੈ ਇਸ ਰੀਜਨ ਦਾ, ਇਸ ਖੇਤਰ ਦਾ, ਬਾਲਕਨਾਈਜੇਸ਼ਨ। ਜਦੋਂ ਦੇਸ਼ ਦੇ ਟੋਟੇ ਹੋ ਜਾਂਦੇ ਕਿਸੇ ਦੇ, ਉਹਨੂੰ ਅਸੀਂ ਸ਼ਬਦ ਯੂਜ਼ ਕਰਦੇ ਹਾਂ, ਬਾਲਕਨਾਈਜ਼ ਹੋ ਗਿਆ ਇਹ। ਤੇ ਬਾਲਕਨਸ ਦੇ ਇਸ ਏਰੀਏ ਦੇ ਵਿੱਚ ਪਹਿਲਾਂ ਯੂਗੋਸਲਾਵੀਆ, ਮੈਂ ਜਦੋਂ ਇਹ ਵਿਜ਼ਿਟ ਕੀਤਾ ਸੀ ਦੇਸ਼, ਉਦੋਂ ਸਾਰੇ ਇਕੱਠੇ ਹੀ ਹੁੰਦੇ ਸੀ, ਇੱਕ ਦੇਸ਼ ਸੀ ਇਹ। ਹੁਣ ਉੱਥੇ ਕਈ ਦੇਸ਼ ਬਣੇ ਆ। ਤੇ ਸਰਬੀਆ ਜਿਹੜਾ ਮੇਨ ਵੱਡੀ ਪ੍ਰੋਵਿੰਸ ਸੀ ਇਹਨਾਂ ਦੀ, ਕੋਸੋਵੋ ਇੱਕ ਛੋਟਾ ਪ੍ਰੋਵਿੰਸ ਹੈ। ਤੇ ਉਹਦੇ ਵਿੱਚ ਜਿੱਦਾਂ ਸਾਡੇ ਪੰਜਾਬੀ ਚੜ੍ਹਦੇ ਪੰਜਾਬ ਦੇ, ਲਹਿੰਦੇ ਪੰਜਾਬ ਦੇ ਆ, ਤੇ ਉਹ ਅਲਬੇਨੀਆ ਨਾਲ ਇਹਨਾਂ ਦੇ ਮੁਲਕ ਹੈ ਇੱਕ। ਅਲਬੇਨੀਆ ਇੱਕ ਵੱਖਰਾ ਮੁਲਕ ਹੈ। ਕੋਸੋਵੋ ਵਾਲੇ ਵੀ ਐਸੇ ਅਲਬੇਨੀਅਨ ਨੂੰ ਬੋਲਦੇ ਆ, ਅਲਬੇਨੀਅਨ ਲੋਕੀ ਆ, ਪਰ ਇਹ ਯੂਗੋਸਲਾਵੀਆ ਦਾ ਹਿੱਸਾ ਹੁੰਦੇ ਸੀ ਕਿਸੇ ਜ਼ਮਾਨੇ 'ਚ। ਜਦੋਂ ਯੂਗੋਸਲਾਵੀਆ ਟੁੱਟਿਆ, ਸੈਰੀਏਵੋ ਦੇ ਵਿੱਚ ਲੜਾਈਆਂ ਹੋਈਆਂ, ਉੱਥੇ ਬਾਕੀ ਵੱਖ-ਵੱਖ ਏਰੀਆ ਦੇ ਵਿੱਚ ਬਹੁਤ ਲੜਾਈ ਹੋਈ ਉੱਥੇ। ਤੇ ਖਾਸ ਤੌਰ ਤੇ ਜਦੋਂ ਕੋਸੋਵੋ ਦੇ ਲੋਕਾਂ ਨੇ ਰਿਬੈਲ ਕੀਤਾ ਨਾ, ਤੇ ਉਸ ਵੇਲੇ ਬਿਲ ਕਲਿੰਟਨ ਹੋਣੀ ਹੁੰਦੇ ਸੀ ਪ੍ਰੈਜ਼ੀਡੈਂਟ। ਤੇ ਇਹਨਾਂ ਨੇ, ਨੇਟੋ ਨੇ ਉਸ ਖਿੱਤੇ ਦੇ ਵਿੱਚ ਕਹਿੰਦੇ ਜਿੰਨੇ ਬੰਬ ਸਿੱਟੇ ਉੱਥੇ, ਜਿੰਨੀ ਬੰਬਾਰਡਮੈਂਟ ਕੀਤੀ ਉਸ ਜ਼ਮਾਨੇ ਦੇ ਵਿੱਚ, ਦੁਨੀਆ ਦੀ ਪਹਿਲੀ ਜੰਗ ਦੇ ਵਿੱਚ ਜਿੰਨੇ ਟੋਟਲ ਬੰਬ ਸਿੱਟੇ ਸੀ ਉਹ ਉਸ ਖਿੱਤੇ ਦੇ ਵਿੱਚ ਸਿੱਟਦੇ ਸੀ। ਤੇ ਇੰਨੇ ਲੋਕੀ ਮਰੇ, ਉਹਨਾਂ ਦੀ ਕੋਈ ਮਤਲਬ ਕੋਈ ਗਿਣਤੀ ਮਿਣਤੀ ਨਹੀਂ ਸੀ। ਜਿੰਨੇ ਹੀ ਮੁਲਕ ਲੜਨ ਲੱਗੇ ਸੀ ਉੱਥੇ ਨਾ, ਕਰੋਏਸ਼ੀਆ ਵਾਲੇ ਲੜਨ ਲੱਗੇ ਸੀ ਇਹ, ਤੇ ਸਲੋਵੇਨੀਆ ਵਾਲਿਆਂ ਦਾ ਸੂਤ ਤਾਂ ਰਿਹਾ ਕਿਉਂਕਿ ਕਰੋਏਸ਼ੀਆ ਉਹਨਾਂ ਦੇ ਗੱਭੇ ਆ ਜਾਂਦਾ ਸੀ, ਸੋ ਲੜਾਈ ਕਰਨੀ ਪਈ ਕਰੋਏਸ਼ੀਆ ਵਾਲਿਆਂ ਨੂੰ, ਤੇ ਸਲੋਵੇਨੀਆ ਵਾਲੇ ਵੈਸੇ ਹੀ ਇੰਡੀਪੈਂਡੈਂਟ ਹੋ ਗਏ। ਹੁਣ ਇਸ਼ੂ ਜਿਹੜੀ ਆ, ਤੁਸੀਂ ਨਾਰਥ ਅਮਰੀਕਾ ਦੇ ਅਖਬਾਰਾਂ ਨੇ ਨਹੀਂ ਅਜੇ ਡੀਲ ਕੀਤਾ ਇਹਨਾਂ ਨਾਲ, ਇਹ ਉਦੋਂ ਹੀ ਕਰਨਗੇ ਜਦੋਂ ਲੜਾਈ ਉੱਥੇ ਬੰਬ ਚੱਲਣ ਲੱਗ ਪਏ। ਹਾਂਜੀ। ਹੁਣ ਇਸ ਵੇਲੇ ਜਿਹੜੀ ਗੱਲ ਕਹਿੰਦੇ ਨੇ ਸਿਮਰ ਕਰਦੀ ਹੈ, ਜਿੱਦਾਂ ਭਖਦੀ ਹੋਵੇ ਗੱਲ, ਧੂੰਆਂ ਨਿਕਲਦਾ ਹੋਵੇ, ਇਸ ਵੇਲੇ ਉਹ ਧੂੰਆਂ ਨਿਕਲਿਆ। ਸਰਬੀਆ ਦੇ ਤਾਂ ਕੋਸੋਵੋ ਦੇ ਵਿਚਕਾਰ ਥੋੜ੍ਹਾ ਜਿਹਾ ਇਲਾਕਾ ਆ, ਤੇ ਉਹਨਾਂ ਦੇ ਵਿੱਚ ਦੋਹਾਂ ਦੇ ਵਿੱਚ ਇੱਕ ਸਿਮਰਿੰਗ ਲੜਾਈ ਚੱਲ ਰਹੀ ਹੈ ਇਸ ਵੇਲੇ। ਸਭ ਤੋਂ ਵੱਧ ਮਾਫੀਆ ਉਸ ਇਲਾਕੇ ਦਾ ਤਕੜਾ ਹੈ ਜੇ ਦੇਖਿਆ ਜਾਵੇ ਤਾਂ ਅਲਬੇਨੀਆ ਦਾ ਮਾਫੀਆ ਹੈ, ਅਲਬੇਨੀਅਨ ਲੋਕਾਂ ਦਾ।
ਇਹਨਾਂ ਨੇ ਇਟਲੀ ਦਾ ਮਾਫੀਆ ਵੀ ਮਾਰਤਾ, ਕਿਉਂਕਿ ਜਦੋਂ 1990 ਦੇ ਵਿੱਚ ਲੜਾਈ ਲੱਗੀ ਆ ਤਾਂ ਉਸ ਵੇਲੇ ਰੈਫਿਊਜੀ ਬਹੁਤ ਆਏ ਕੋਸੋਵੋ ਤੋਂ। ਹਾਂਜੀ, ਇਟਲੀ ਨੇ ਬਹੁਤ ਰੈਫਿਊਜੀ ਲਏ। ਇਟਲੀ ਨੇ ਇੱਕ ਵੇਲੇ ਰੂਲ ਵੀ ਕਰਦੀ ਹੁੰਦੀ ਸੀ ਇਹਨਾਂ ਮੁਲਕਾਂ ਤੇ ਉਹਨਾਂ ਨੇ ਆ ਕੇ ਇੰਨੇ ਮਾਫੀਆ ਗਰੁੱਪ ਬਣਾਏ ਅਲਬੇਨੀਅਨ ਜਿਹੜੇ ਰੈਫਿਊਜੀਜ਼ ਸੀ। ਉਹਨਾਂ ਨੇ ਐਕਚੁਅਲੀ ਲੋਕਲ ਜਿਹੜਾ ਮਾਫੀਆ ਸੀ, ਇਟਾਲੀਅਨ ਮਾਫੀਆ ਬਹੁਤ ਵੱਡਾ ਸਮਝਿਆ ਜਾਂਦਾ ਸੀ, ਉਹ ਸਾਰੇ ਹੀ ਖਤਮ ਕਰਦੇ ਜਿੱਥੇ ਜਿੱਥੇ ਉਹ ਗਏ। ਇਹ ਬਚ ਗਏ ਉੱਥੇ ਜਿੱਥੇ ਜਿੱਥੇ ਉਹਨਾਂ ਨੂੰ ਨਹੀਂ ਬਣ ਦਿੱਤਾ। ਤੇ ਹੁਣ ਇਹਨਾਂ ਦੀ ਲੜਾਈ ਚੱਲ ਰਹੀ ਹੈ ਤੇ ਕਿਸੇ ਦਿਨ ਇਹ ਲੜਾਈ, ਕਿਉਂਕਿ ਐਕਚੁਅਲੀ ਲੜਾਈ ਤਾਂ ਹੈਗੀ ਆ ਦੋ ਸੁਪਰ ਪਾਵਰ ਦੀ ਚੱਲਣੀ ਆ। ਅਮਰੀਕਾ ਵਾਲੇ ਸਪੋਰਟ ਕਰ ਰਹੇ ਕੋਸੋਵੋ ਦੀ ਤੇ ਸਰਬੀਆ ਦੀ ਸਪੋਰਟ ਕਰ ਰਹੇ ਰਸ਼ੀਆ ਵਾਲੇ। ਰਸ਼ੀਆ ਵਾਲਿਆਂ ਨੇ ਮੇਰਾ ਖਿਆਲ ਮੰਡੇ ਦੀ ਗੱਲ ਹੈ ਜਾਂ ਟਿਊਜ਼ਡੇ ਦੀ ਗੱਲ ਹੈ, ਕ੍ਰੈਮਲਨ ਨੇ ਐਕਚੁਅਲੀ ਸਟੇਟਮੈਂਟ ਵੀ ਇਸ਼ੂ ਕੀਤੀ ਸੀ ਤੇ ਇਹਦਾ ਮਤਲਬ ਕੁਝ ਚੱਲ ਰਿਹਾ ਉੱਥੇ ਜਿਹੜਾ ਜਲਦੀ ਭਖਣ ਵਾਲਾ ਹੈ। ਹਾਂਜੀ, ਤੇ ਉਹਨਾਂ ਨੇ ਕਿਹਾ ਅਸੀਂ ਸਰਬੀਆ ਦੇ ਨਾਲ ਖੜੇ ਹਾਂ। ਹਾਂਜੀ, ਮਤਲਬ ਇਹ ਦੱਸਣ ਲਈ ਕਿ ਤੁਸੀਂ ਇਦਾਂ ਨਾ ਸਮਝੋ ਹੁਣ 90 ਵਾਲੀ ਗੱਲ, 90 ਵਾਲੇ ਦਹਾਕੇ ਵਾਲੀ ਗੱਲ ਨਹੀਂ ਹੈ, ਕਿਉਂਕਿ ਉਸ ਵੇਲੇ ਸੋਵੀਅਤ ਯੂਨੀਅਨ ਟੁੱਟ ਚੁੱਕਾ ਸੀ ਤੇ ਸੋਵੀਅਤ ਯੂਨੀਅਨ ਦੇ ਵਿੱਚੋਂ ਰਸ਼ੀਆ ਦੇ ਵਿੱਚੋਂ ਬੋਰਿਸ ਯੈਲਟਸਿਨ ਉਹਨਾਂ ਦੇ ਪ੍ਰੈਜ਼ੀਡੈਂਟ ਸੀ ਤੇ ਜਿਹੜੇ ਕਿ ਸ਼ਰਾਬ ਪੀ ਕੇ ਸੁੱਤੇ ਰਹਿੰਦੇ ਸੀ। ਉਹਨਾਂ ਦੇ ਬਾਰੇ ਇਹ ਮਸ਼ਹੂਰ ਹੈ ਵੀ ਉਹ ਵੋਦਕਾ ਸਭ ਤੋਂ ਜ਼ਿਆਦਾ ਪੀਂਦੇ ਸੀ। ਉਸ ਵੇਲੇ ਰਸ਼ੀਆ ਵਾਲਿਆਂ ਦੇ ਹਾਲਾਤ ਉਹ ਕਿਤੇ ਮਾੜੇ ਨਾ, ਲੋਕਾਂ ਨੂੰ ਰੋਟੀ ਨਹੀਂ ਸੀ ਮਿਲ ਰਹੀ, ਰੁਜ਼ਗਾਰ ਨਹੀਂ ਸੀ ਮਿਲ ਰਿਹਾ। ਪਿਊਟਨ ਨੇ ਆ ਕੇ ਥੋੜਾ ਬਹੁਤਾ ਠੀਕ ਕੀਤਾ। ਹਾਂਜੀ, ਮਤਲਬ ਉਸ ਲੈਵਲ ਤੇ ਤਾਂ ਨਹੀਂ ਗਏ ਜਿੰਨਾ ਪਹਿਲਾਂ ਸੋਵੀਅਤ ਯੂਨੀਅਨ ਹੁੰਦਾ ਸੀ, ਪਰ ਫਿਰ ਵੀ ਉਹਨਾਂ ਨੂੰ ਉਭਾਰ ਦਿੱਤਾ ਥੋੜਾ ਜਿਹਾ। ਤਾਂ ਉਹ ਉਸ ਗੱਲ ਤੋਂ ਇਹ ਚਿੰਤਤ ਨੇ, ਤਾਂ ਹੀ ਦੁਖੀ ਹੋਏ ਆ ਪਿਊਟਨ ਦੇ ਨਾਲ ਕਿ ਇਹਨਾਂ ਨੇ ਰਸ਼ੀਅਨ ਨੈਸ਼ਨਲਿਜ਼ਮ ਕਿਉਂ ਵਾਰਿਆ। ਹਾਂਜੀ, ਔਰ ਰਸ਼ੀਆ ਵਾਲੇ ਇੱਕ ਜ਼ਮਾਨੇ ਦੇ ਵਿੱਚ ਜਿਹੜੇ ਸਰਬੀਆ ਦੇ ਨੈਚੁਰਲ ਐਲਾਈ ਇਹ ਸਮਝੇ ਜਾਂਦੇ ਆ, ਪਰ 90ਵਿਆਂ ਦੀ ਜਦੋਂ ਲੜਾਈ ਹੋਈ ਸੀ, ਯੂਗੋਸਲਾਵੀਆ ਟੁੱਟ ਗਿਆ, ਉਹਦੇ ਵੱਖ-ਵੱਖ ਮੁਲਕ ਬਣ ਗਏ, ਤਾਂ ਉਸ ਵੇਲੇ ਰਸ਼ੀਆ ਵਾਲੇ ਕੁਝ ਨਹੀਂ ਕਰ ਰਹੇ, ਨਾ ਉਹ ਕੁਝ ਕਰ ਸਕਦੇ ਸੀ, ਨਾ ਉਹਨਾਂ ਨੇ ਕੁਝ ਕੀਤਾ, ਕਿਉਂਕਿ ਬੋਰਿਸ ਯੈਲਟਸਿਨ ਜੇ ਅਮਰੀਕਾ ਵਾਲੇ ਉਹਨਾਂ ਨੂੰ ਕਹਿੰਦੇ ਸੀ ਵੀ ਸਾਡੀ ਸਪੋਰਟ ਕਰਨੀ, ਉਹ ਕਰ ਦਿੰਦੇ ਸੀ। ਇਹਨਾਂ ਨੂੰ ਉਦੋਂ ਦੁੱਖ ਲੱਗਾ ਜਦੋਂ ਬੋਰਿਸ ਯੈਲਟਸਿਨ ਦੀ ਬਜਾਏ ਪਿਊਟਨ ਨੇ ਪ੍ਰੈਜ਼ੀਡੈਂਸੀ ਜਿੱਤੀ। ਉਹਨਾਂ ਨੇ ਫਿਰ ਮੁੜ ਕੇ ਉਹੀ ਸੋਵੀਅਤ ਯੂਨੀਅਨ ਵਾਲੀਆਂ ਫੋਰਨ ਪਾਲਿਸੀਜ਼ ਜਿਹੜੀਆਂ ਉਹ ਉਹਨਾਂ ਦੇ ਆਪਣੇ ਖਿੱਤੇ ਦੇ ਹੱਕ ਦੇ ਵਿੱਚ ਹੁੰਦੀਆਂ ਸੀ, ਉਹ ਉਭਾਰਨੀਆਂ ਸ਼ੁਰੂ ਕਰਤੀਆਂ। ਤੇ ਹੁਣ ਜਿਹੜੀ ਲੜਾਈ ਹੋਣੀ ਐਕਚੁਅਲੀ ਉੱਥੇ ਹੋਣੀ ਤਾਂ ਸਰਬੀਆ ਤੇ ਕੋਸੋਵੋ ਦੇ ਵਿਚਕਾਰ ਹੈ। ਹਾਂਜੀ, ਐਕਚੁਅਲੀ ਲੜਾਈ ਜਿਹੜੀ ਹੈ ਯੂਰਪੀਅਨ ਯੂਨੀਅਨ, ਅਮਰੀਕਾ ਵਾਲੇ ਇੱਕ ਪਾਸੇ ਕੋਸੋਵੋ ਦੇ ਹੱਕ ਦੇ ਵਿੱਚ ਤੇ ਦੂਸਰੇ ਪਾਸੇ ਸਰਬੀਆ ਦੇ ਹੱਕ ਦੇ ਵਿੱਚ ਰਸ਼ੀਆ ਵਾਲੇ। ਜੀ ਡਾਕਟਰ ਸਾਹਿਬ, ਤਣਾਅ ਤਾਂ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਉਹ ਕਹਿੰਦੇ ਆ ਕਿ ਵੀ ਜਿਵੇਂ ਨਾ ਕੋਈ ਚੀਜ਼ ਧੁੱਖ ਦੀ ਹੁੰਦੀ ਆ, ਵੀ ਹੁਣ ਲੱਗਦਾ ਆ ਵੀ ਇਹ ਧੁੱਖ ਚੱਕੀ ਆ ਪੂਰੀ ਤੇ ਹੁਣ ਲੜਾਈ ਦੇ ਜਿਹੜੇ ਚਾਂਸਿਸ ਬਣਦੇ ਆ। ਹੁਣ ਤੁਸੀਂ ਦੇਖਿਓ ਕਿ ਜੇ ਯੂਕਰੇਨੀਅਨ ਲੜਾਈ ਖਤਮ ਹੋ ਜਾਣੀ ਹੈ ਹੌਲੀ ਥੋੜੀ, ਕਿਉਂਕਿ ਜਿਹੜੀ ਚੀਜ਼ ਸ਼ੁਰੂ ਹੁੰਦੀ ਹੈ ਉਹ ਖਤਮ ਵੀ ਹੁੰਦੀ ਹੈ। ਤੇ ਅਗਲਾ ਜਿਹੜਾ ਫੋਕਲ ਪੁਆਇੰਟ ਹੋਣਾ ਆ ਕੋਸੋਵੋ ਦਾ ਤੇ ਸਰਬੀਆ ਦਾ ਲੱਗਦਾ। ਹਾਂਜੀ, ਉੱਥੇ ਹੋਰ ਮੁਲਕ ਵੀ ਹੋ ਸਕਦਾ ਇਨਵੋਲਵ ਹੋਣ, ਪਰ ਇਹਨਾਂ ਦੋਹਾਂ ਦੀ ਤਾਂ ਲੜਾਈ ਚੱਲਦੀ ਹੈ ਉੱਥੇ। ਹਾਂਜੀ, ਉਹਨਾਂ ਦੇ ਨਾਲ ਅਲਬੇਨੀਆ ਵਾਲੇ ਚਾਹੁੰਦੇ ਆ ਕਿ ਸਾਡੇ ਨਾਲ ਰਲ ਜਾਣ, ਕਿਉਂਕਿ ਐਕਚੁਅਲੀ ਤਾਂ ਅਲਬੇਨੀਅਨ ਲੋਕੀ ਆ, ਜਿੱਦਾਂ ਅਸੀਂ ਵੀ ਪੰਜਾਬੀ ਆ, ਸਾਡੇ ਨਾਲ ਜਿਹੜੇ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਆ, ਪਰ ਮੁਲਕ ਦੋ ਆ। ਇੱਦਾਂ ਹੀ ਜਰਮਨੀ ਦੇ ਵਿੱਚ ਆ, ਜਰਮਨੀ ਵਾਲੇ ਜਰਮਨ ਬੋਲਦੇ ਆ, ਆਸਟਰੀਆ ਵਾਲੇ ਵੀ ਜਰਮਨ ਬੋਲਦੇ ਆ, ਉਹਨਾਂ ਦੇ ਵੀ ਮੁਲਕ ਦੋ ਆ। ਸਾਊਥ ਕੋਰੀਆ ਵਾਲੇ, ਨਾਰਥ ਕੋਰੀਆ ਵਾਲੇ ਦੋ ਆ। ਇਸੇ ਤਰ੍ਹਾਂ ਅਲਬੇਨੀਆ ਤੇ ਕੋਸੋਵੋ ਵਾਲੇ ਦੋ ਆ। ਹੈਗੇ ਇੱਕੋ ਹੀ ਲੋਕ ਆ, ਇੱਕੋ ਹੀ ਲੈਂਗੁਏਜ ਆ, ਇੱਕੋ ਹੀ ਇਤਿਹਾਸ ਆ ਉਹਨਾਂ ਦਾ, ਇੱਕੋ ਹੀ ਟ੍ਰੈਡੀਸ਼ਨ ਹੈ ਉਹਨਾਂ ਦੇ। ਐਕਚੁਅਲੀ ਧਰਮ ਵੀ ਕੋਈ ਆ ਇਹਨਾਂ ਦਾ। ਸਾਡੇ ਤਾਂ ਕਈ ਧਰਮ ਦਾ ਇਸ਼ੂ ਆ ਜਾਂਦੀ ਹੈ। ਹਾਂਜੀ, ਇਹਦਾ ਕੋਸੋਵੋ ਵਾਲਿਆਂ ਦਾ ਧਰਮ ਵੀ ਇੱਕੋ ਹੀ ਆ ਤੇ ਅਲਬੇਨੀਆ ਵਾਲਿਆਂ ਦੀ ਖਾਸ ਹੈ ਕਿ ਉਹ ਅਲਬੇਨੀਆ ਦੇ ਨਾਲ ਰਹਿਣ, ਪਰ ਸਰਬੀਆ ਵਾਲਿਆਂ ਦਾ ਹੈਗਾ ਕਿ ਸਾਡੇ ਇਲਾਕੇ ਜਿਹੜੇ ਇਹਨਾਂ ਨੂੰ ਦਿੱਤੇ ਆ ਉਹ ਇਹਨਾਂ ਤੋਂ ਖੋਹ ਲੈ ਜਾਣ। ਹਾਂਜੀ, ਉਹ ਇਲਾਕਿਆਂ ਦੀ ਫਿਰ ਬਾਲਕਨਾਈਜੇਸ਼ਨ ਜਿਹੜੀ ਅਸੀਂ ਸ਼ਬਦ ਯੂਜ਼ ਕਰਦੇ ਹਾਂ, ਤੇ ਬਾਲਕਨ ਦੇ ਵਿੱਚ ਇੱਕ ਵਾਰੀ ਫੇਰ ਲੜਾਈ ਹੋਣੀ ਆ। ਐਕਚੁਅਲੀ ਲੜਾਈ ਹੋਣੀ ਆ ਦੋ ਹਾਥੀਆਂ ਦੇ ਵਿਚਕਾਰ। ਹਾਂਜੀ, ਅਮਰੀਕਾ ਤੇ ਰਸ਼ੀਆ ਦੀ। ਡਾਕਟਰ ਸਾਹਿਬ, ਗੱਲ ਕਰਦੇ ਆ ਹੁਣ ਕੈਲੀਫੋਰਨੀਆ ਦੀ। ਉੱਥੇ ਇੱਕ ਸਟੋਰ ਮਾਲਕ ਨੇ ਇੱਕ ਲੁਟੇਰੇ ਨੂੰ ਗੋਲੀ ਮਾਰ ਦਿੱਤੀ। ਪੂਰਾ ਮਸਲਾ ਹੈ ਕੀ? ਦੇਖੋ, ਇਦਾਂ ਦੀਆਂ ਘਟਨਾਵਾਂ ਇੱਥੇ ਸਿਐਟਲ ਹੀ ਰੋਜ਼ ਹੁੰਦੀਆਂ ਰਹਿੰਦੀਆਂ। ਸਾਨੂੰ
ਕੈਲੀਫੋਰਨੀਆ ਦੀ ਅਸੀਂ ਗੱਲ ਤਾਂ ਕਰ ਰਹੇ ਹਾਂ ਕਿ ਇੱਥੇ ਇਹਦੇ ਨਾਲ ਕਈ ਸਵਾਲ ਪੈਦਾ ਹੁੰਦੇ ਆ। ਖਾਸ ਤੌਰ 'ਤੇ ਉਸ ਓਨਰ ਲਈ ਲਿਕਰ ਸ਼ਾਪ ਸੀ ਤੇ ਲਿਕਰ ਸ਼ਾਪ ਦੇ ਵਿੱਚ ਕੋਈ ਰੋਬਰ ਆਇਆ, ਉਹਨੇ ਉਹਨੂੰ ਸ਼ੂਟ ਕਰਤਾ, ਉਹ ਨੱਠ ਗਿਆ ਉੱਥੋਂ ਬਾਹਰ ਜਾ ਕੇ। ਉਹ ਕਹਿੰਦਾ ਬੰਦਾ ਅੰਦਰ ਸ਼ੂਟ ਕਰਨ ਰਿਹਾ ਹੈ। ਤੇ ਇਹ ਗੱਲ ਮੇਰਾ ਖਿਆਲ CCTV ਕੈਮਰਾ ਤੇ ਕੈਪਚਰ ਕੀਤੀ ਹੈ, ਜਿਹਨੇ ਕਈ ਸਵਾਲ ਪੈਦਾ ਕੀਤੇ ਆ ਕਿ ਸਭ ਤੋਂ ਪਹਿਲਾਂ ਤੇ ਉਹਦੇ ਜਿਹੜਾ ਰੋਬਰ ਹੈ ਉਹਦੇ ਵਕੀਲ ਪੇਸ਼ ਕਰਨਗੇ ਕਿ ਕੀ ਇਹਨੇ ਆਪਣੀ ਗਨ ਉਹਨੂੰ ਪੁਆਇੰਟ ਕੀਤੀ ਸੀ, ਕਿਉਂਕਿ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਤਾਂ ਹੀ ਕਿਸੇ ਨੂੰ ਸ਼ੂਟ ਕਰ ਸਕਦੇ ਆ ਜੇ ਕਿਸੇ ਨੇ ਆਪਣੀ ਗਨ ਤੁਹਾਡੇ ਵੱਲ ਪੁਆਇੰਟ ਕੀਤੀ ਹੋਵੇ। ਹਾਂਜੀ, ਕਿਉਂਕਿ ਰਫਲੀ ਇਨ ਪ੍ਰਪੋਰਸ਼ਨ ਤੁਸੀਂ ਉਹ ਫੋਰਸ ਵਰਤ ਸਕਦੇ ਆ ਜਿਹੜੀ ਉਹ ਰੋਬਰ ਜਾਂ ਚੋਰ ਵਰਤ ਰਿਹਾ। ਵੈਸੇ ਡਾਕਟਰ ਸਾਹਿਬ ਇਹ ਸਾਰੀ ਇਨਸੀਡੈਂਟ ਕੈਮਰੇ ਤੇ ਰਿਕਾਰਡ ਹੋਈ ਆ, CCTV ਕੈਮਰੇ ਤੇ। ਹੁਣ ਉਹਨੂੰ ਡੀਟੇਲ ਦੇਖਣਗੇ ਨਾ, ਅਜੇ ਡੀਟੇਲਸ ਨਹੀਂ ਆਈਆਂ, ਅਜੇ ਤਾਂ ਲਾਇਰ ਦੋਹਾਂ ਪਾਸਿਆਂ ਦੇ ਤੁਰੇ ਫਿਰਦੇ ਆ। ਹਾਂਜੀ, ਰੋਬਰ ਦੇ ਜਿਹਦੇ ਗੋਲੀ ਲੱਗੀ ਆ ਉਹਦੇ ਵੀ ਲਾਇਰ ਆ ਗਏ ਉਹਦੇ ਕੋਲ ਪੈਸੇ ਕਿ ਅਸੀਂ ਤੈਨੂੰ ਰੈਪਰੈਜ਼ੈਂਟ ਕਰਦੇ ਆ। ਕਿਸੇ ਦੀ ਕੀ ਹਿੰਮਤ ਹੈ ਕਿ ਤੂੰ ਕਿਸੇ ਨੂੰ ਲੁੱਟਣ ਜਾਵੇਂ ਤਾਂ ਤੈਨੂੰ ਸ਼ੂਟ ਕਰ ਦੇਵੇ। ਇਹ ਇਸ਼ੂ ਆ ਜਾਂਦੀ ਹੈ। ਕਈਆਂ ਦੇ ਘਰਾਂ ਦੇ ਵਿੱਚ ਚੋਰੀ ਹੋਈ ਹੈ ਨਾ, ਉਹਨਾਂ ਨੇ ਆਪਣੀ ਫੋਰਸ ਵਰਤੀ ਆ ਜਾਂ ਕਿਸੇ ਨੇ ਧੱਕਾ ਮਾਰਿਆ, ਮੁੱਕਾ ਮਾਰਿਆ, ਕੋਈ ਪੌੜੀਆਂ ਤੋਂ ਸਿੱਟ ਦਿੱਤਾ, ਉਹਨਾਂ ਨੂੰ ਲੋਕਾਂ ਨੂੰ ਦੁਬਾਰਾ ਉਸ ਚੋਰ ਨੇ ਸੂਹ ਕੀਤਾ ਜਿਹੜਾ ਚੋਰ ਆਇਆ ਸੀ। ਫਿਰ ਕੋਰਟਸ ਨੇ ਕਈ ਵਾਰੀ ਉਸ ਬੰਦੇ ਨੂੰ ਇਹ ਜ਼ਿੰਮੇਵਾਰ ਠਹਿਰਾਇਆ ਕਿ ਇਹਦੇ ਬੰਦੇ ਨੂੰ ਤੁਸੀਂ ਇੰਜਰ ਕੀਤਾ ਹੈ, ਇਹਦੇ ਜ਼ਖਮੀ ਕੀਤਾ ਹੈ, ਤਾਂ ਉਹਦੇ ਪੈਸੇ ਦਿਓ, ਕਿਉਂਕਿ ਇਹ ਬੰਦਾ ਚੋਰੀ ਕਰਨ ਆਇਆ ਚੱਲ ਚੋਰੀ ਕਰਕੇ ਚੱਲ ਜਾਵੇ। ਤੁਸੀਂ ਇਹਦੇ ਧੌਣ ਤੋੜਤੀ ਜਾਂ ਇਹਦੀਆਂ ਬਾਹਾਂ ਤੋੜਤੀਆਂ, ਇਹ ਤੁਹਾਨੂੰ ਹੱਕ ਨਹੀਂ। ਇਹ ਵੀ ਇੱਕ ਇਸ਼ੂ ਆ ਬਣੀ ਉੱਥੇ। ਹਾਂਜੀ, ਸੋ ਇਸ ਗੱਲ ਦੇ ਵਿੱਚ ਇਸ਼ੂ ਬਣਨੀ ਹੈ ਕਿ ਕੀ ਕੈਮਰਾਜ਼ ਇਹ ਸ਼ੋਅ ਕਰ ਰਹੇ ਆ ਕਿ ਉਸ ਬੰਦੇ ਨੇ ਜਿਹੜਾ ਡਕੈਤੀ ਮਾਰਨ ਆਇਆ ਕਿ ਉਹ ਧਮਕੀ ਦੇ ਰਿਹਾ ਸੀ, ਵੈਸੇ ਹੀ ਦੇ ਰਿਹਾ ਸੀ ਸਮਾਨ ਚੱਕਣ ਲਈ, ਜਾਂ ਐਕਚੁਅਲੀ ਉਹ ਗਨ ਪੁਆਇੰਟ ਕਰ ਰਿਹਾ ਸੀ ਉੱਤੇ ਜੀ। ਕਿਉਂਕਿ ਜੇ ਤਾਂ ਗਨ ਪੁਆਇੰਟ ਕਰਦਾ ਆ ਫਿਰ ਤੁਸੀਂ ਡਿਫੈਂਡ ਕਰ ਸਕਦੇ ਆ ਕਿ ਇਸ ਬੰਦੇ ਨੇ ਮੈਨੂੰ ਸ਼ੂਟ ਕਰ ਦੇਣਾ ਸੀ। ਹਾਂਜੀ, ਸੋ ਇਹਦੇ ਵਿੱਚ ਵੀ ਦੇਖਣਾ ਪੈਂਦਾ ਅੱਜ ਕੱਲ੍ਹ ਵੀ ਜੇ ਚੋਰੀ ਵੀ ਕੋਈ ਕਰਨ ਆਇਆ ਹੈ ਨਾ, ਤੁਸੀਂ ਕਿੰਨੀ ਫੋਰਸ ਉੱਤੇ ਵਰਤ ਸਕਦੇ ਆ ਜੀ। ਜੇ ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਹੁੱਲੜਬਾਜ਼ੀ ਮਚਾ ਰਿਹਾ, ਉਹਦੇ ਨਾਲ ਕਿੰਨੀ ਕੁ ਫੋਰਸ ਤੁਸੀਂ ਯੂਜ਼ ਕਰਨੀ ਆ, ਕਿਉਂਕਿ ਤੁਹਾਡੇ ਤੇ ਮੁਕੱਦਮਾ ਚੱਲ ਸਕਦਾ ਜੀ। ਇਹ ਲਿਟੀਗੇਸ਼ਨ ਬਹੁਤ ਚੱਲਦੀ ਹੈ ਖਾਸ ਤੌਰ ਤੇ US ਦੇ ਵਿੱਚ। ਹਾਂਜੀ ਡਾਕਟਰ ਸਾਹਿਬ, ਦੇਖੋ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਇਹ ਤਾਂ ਹੁਣ CCTV ਕੈਮਰੇ ਦੇ ਵਿੱਚ ਜੋ ਕੁਝ ਵੀ ਰਿਕਾਰਡ ਹੋਇਆ ਸਾਹਮਣੇ ਆ ਜਾਣਾ ਕਿ ਉਹਨੂੰ ਸੈਲਫ ਡਿਫੈਂਸ ਮੰਨਿਆ ਗਿਆ ਕਿ ਨਹੀਂ। ਬਟ ਫਿਲਹਾਲ ਤਾਂ ਜਿਹੜਾ ਸਟੋਰ ਦਾ ਮਾਲਕ ਆ ਉਹ ਕਾਫੀ ਜ਼ਿਆਦਾ ਹੁੱਬ ਕੇ ਕਹਿ ਰਿਹਾ ਕਿ ਮੈਂ ਤਾਂ ਬਚਪਨ ਤੋਂ ਹੀ ਸ਼ਿਕਾਰ ਕਰਦਾ ਆ ਰਿਹਾ, ਇਹ ਤਾਂ ਮੇਰਾ ਸ਼ੌਂਕ ਆ। ਉਹਨੂੰ ਜਦੋਂ ਉਹਨੇ ਵਕੀਲਾਂ ਨਾਲ ਗੱਲ ਕੀਤੀ ਤਾਂ ਫਿਰ ਉਹ ਕਹਿਣਗੇ ਭਾਈ ਚੁੱਪ ਕਰ। ਹਾਂਜੀ, ਬੈਸਟ ਇਹ ਹੀ ਹੁੰਦਾ ਵੀ ਬੋਲੋ ਨਾਲ। ਹਾਂਜੀ, ਜਿੰਨਾ ਚਿਰ ਤੁਸੀਂ ਬੋਲੀ ਜਾਂਦੇ ਆ, ਰਿਕਾਰਡ ਕਰੀ ਜਾਂਦੇ ਆ, ਨਵੀਆਂ ਸਟੇਟਮੈਂਟ ਦੇਈ ਜਾਂਦੇ ਆ, ਉਹ ਕੋਰਟ ਦੇ ਵਿੱਚ ਉਹ ਦੂਸਰੀ ਸਾਈਡ ਨੇ ਤੁਹਾਡੇ ਅਗੇਂਸਟ ਜਾ ਸਕਦੀਆਂ ਨੇ। ਹਾਂਜੀ ਬਿਲਕੁਲ। ਡਾਕਟਰ ਸਾਹਿਬ ਹੁਣ ਰੁਕ ਕਰਦੇ ਆ ਜੀ ਅਗਲੀ ਖਬਰ ਵੱਲ। ਮਾਸਕੋ ਨੇ ਅਮਰੀਕਾ ਨੂੰ ਸਬੰਧ ਤੋੜਨ ਦੀ ਚੇਤਾਵਨੀ ਦੇ ਦਿੱਤੀ ਆ, ਕੀ ਕਹਿਣਾ ਚਾਹੋਗੇ? ਇਹਨਾਂ ਨੇ ਅਮਰੀਕਾ ਦੇ ਵਿੱਚ ਕਾਂਗਰਸ 'ਚ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਕਾਂਗਰਸ ਵਾਲਿਆਂ ਨੇ ਇੱਕ ਬਿੱਲ ਲਿਆਂਦਾ ਆ ਕਿ ਰਸ਼ੀਆ ਨੂੰ ਸਟੇਟ ਟੈਰਰਿਜ਼ਮ ਸਪਾਂਸਰ ਕਰਨ ਲਈ ਇੱਕ ਦੇਸ਼ ਘੋਸ਼ਿਤ ਕੀਤਾ ਜਾਵੇ ਕਿ ਇਹ ਸਟੇਟ ਜਿਹੜੀ ਹੈ ਰਸ਼ੀਆ ਦੀ, ਇਹ ਟੈਰਰਿਜ਼ਮ ਸਪਾਂਸਰ ਕਰਦੇ ਆ। ਅੱਛਾ, ਇਹ ਉਹ ਲੋਕ ਆ ਜਿਹੜੇ ਕਹਿੰਦੇ ਆ ਕਿ ਰਸ਼ੀਆ ਵਾਲੇ ਕਰਦੇ ਆ, ਇਹ ਦੱਸ ਨਹੀਂ ਸਕਦੇ ਕਿ ਰਸ਼ੀਆ ਵਾਲੀ ਸਟੇਟ ਟੈਰਰਿਜ਼ਮ ਕਿੱਥੋਂ ਉਹਨਾਂ ਨੇ ਸਪੋਰਟ ਕੀਤਾ। ਹਾਲੇ ਕੱਲ ਪਰਸੋਂ ਹੀ ਇਹ ਬੰਦੇ ਨੂੰ ਮਾਰ ਕੇ ਹਟਿਆ। ਹਾਂਜੀ, ਅਲਜ਼ਵੀਰ ਨੂੰ ਮਾਰਿਆ ਨਾ। ਹਾਂਜੀ। ਅੱਛਾ, ਅੰਤਰਰਾਸ਼ਟਰੀ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਜਾਓ, ਕਿਸੇ ਬੰਦੇ ਨੂੰ ਫੜੋ, ਉਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲਿਆਓ, ਉੱਤੇ ਮੁਕੱਦਮਾ ਕਰੋ, ਔਰ ਮੁਕੱਦਮੇ ਦੇ ਵਿੱਚ ਜਿਹੜੀ ਜੱਜ ਨੇ ਸੁਣਵਾਈ ਕੀਤੀ ਉਹਦਾ ਫੈਸਲਾ ਉਹ ਦੇਊਗਾ। ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ ਕੋਈ ਜਗ੍ਹਾ ਇੱਦਾਂ ਦੀ ਨਹੀਂ ਜਿੱਥੇ ਲਿਖਿਆ ਹੈ ਫਲਾਣੇ ਦੇ ਜਾ ਕੇ ਮਿਸਲ ਮਾਰ ਦਿਓ, ਫਲਾਣੇ ਦੇ ਜਾ ਕੇ ਗੋਲੀ ਮਾਰ ਦਿਓ। ਜਿਹੜੇ ਮੁਲਕ ਵਾਲੇ ਆਪ ਇੱਦਾਂ ਦੀਆਂ ਗੱਲਾਂ ਕਰਦੇ ਫਿਰਦੇ ਆ, ਹਾਂਜੀ, ਤਾਂ ਉਹ ਦੂਸਰਿਆਂ ਨੂੰ ਦੱਸਦੇ ਆ ਕਿ ਇਹ ਸਟੇਟ ਟੈਰਰਿਜ਼ਮ ਕਰਦੇ ਆ। ਹਾਂਜੀ। ਸੋ
ਰਸ਼ੀਆ ਵਾਲਿਆਂ ਨੇ ਵੀ ਧਮਕੀ ਦਿੱਤੀ। ਉਹ ਕਹਿੰਦੇ ਫਿਰ ਜੇ ਇਹੀ ਗੱਲ ਆ ਫਿਰ ਦੇਖੀ ਜਾਊਗੀ, ਫਿਰ ਤੁਹਾਡੇ ਨਾਲ ਸੰਬੰਧ ਵੀ ਕਾਹਨੂੰ ਰੱਖਣੇ ਅਸੀਂ। ਹਾਂਜੀ। ਤੇ ਮੇਰਾ ਖਿਆਲ ਨਹੀਂ ਇਹ ਸਟੇਟ ਟੈਰਰਿਸਟ ਡਿਕਲੇਅਰ ਕਰਨਗੇ ਉਹਨਾਂ ਨੂੰ। ਹਾਂਜੀ। ਉਹਦੇ ਨਾਲ ਇਹਨਾਂ ਦਾ ਹੋਰ ਪੰਗਾ ਪੈ ਜਾਣਾ। ਹਾਂ, ਇਹ ਆਪਣੀ ਜੇ ਇਹਨਾਂ ਨੂੰ ਲੱਗਾ ਕਿ ਪਲੋਸੀ ਦੀ ਤਾਇਵਾਨ ਵਿਜ਼ਿਟ ਦੇ ਨਾਲ ਡੈਮੋਕ੍ਰੈਟਿਕ ਪਾਰਟੀ ਥੋੜੀ ਜਿਹੀ ਤਾਨੂੰ ਹੋਈ ਹੈ ਨਾ, ਫਿਰ ਇਹ ਲਾਗੇ ਜੇ ਜਾ ਕੇ ਇਲੈਕਸ਼ਨ ਦੇ ਇਹ ਇਦਾਂ ਦੀ ਵੀ ਗੱਲ ਕਰ ਸਕਦੀ, ਕਿਉਂਕਿ ਇਸ਼ੂ ਹੈਗੀ ਬਣੀ ਹੁਣ ਡੈਮੋਕ੍ਰੈਟਿਕ ਪਾਰਟੀ ਨੂੰ ਸਰਵਾਈਵਲ ਦੀ। ਹਾਂਜੀ। ਉਹਦੇ ਵਿੱਚ ਇਹ ਚਾਹੁੰਦੇ ਕਿ ਸਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਸੈਨੇਟ ਜ਼ਰੂਰ ਬਚ ਜਾਵੇ। ਜੇ ਹਾਊਸ ਆਫ ਰੈਪਰੈਜ਼ੈਂਟੇਟਿਵ ਜਿਹੜਾ ਇਹਨਾਂ ਤੋਂ ਲੂਜ਼ ਹੋ ਜਾਣਾ, ਉਹਦੇ ਬਾਰੇ ਚਿੰਤਤ ਘੱਟ ਆ। ਪਰ ਇਹ ਚਿੰਤਤ ਹੈ ਕਿ ਜੇ ਸੈਨੇਟ ਵੀ ਉਹਨਾਂ ਦੇ ਹੱਥ 'ਚ ਆ ਗਈ ਨਾ, ਤੇ ਫਿਰ ਅਗਲੇ 2 ਸਾਲ ਲਈ ਲੇਮ ਡਕ ਪ੍ਰੈਜ਼ੀਡੈਂਟ ਰਹਿਣਾ। ਜੀ ਡਾਕਟਰ ਸਾਹਿਬ ਦੇਖੋ, ਇਹਨਾਂ ਵੱਲੋਂ ਹੁਣ ਹੱਥ ਪੈਰ ਤਾਂ ਬਹੁਤ ਜ਼ਿਆਦਾ ਮਾਰੇ ਜਾ ਰਹੇ ਆ, ਪਰ ਜੋ ਕੁਝ ਵੀ ਇਹ ਕਰਦੇ ਆ ਉਹ ਇਹਨਾਂ ਦੇ ਅਗੇਂਸਟ ਹੀ ਚਲਾ ਜਾਂਦਾ, ਚਾਹੇ ਜਿਹੜਾ ਮਰਜ਼ੀ ਮੁੱਦਾ ਚੁੱਕ ਕੇ ਦੇਖ ਲਓ ਤੁਸੀਂ। ਪਰ ਦੇਖੋ ਕਿ ਕਈ ਵਾਰ ਡੋਮੈਸਟਿਕ ਅੰਦਰੂਨੀ ਪੋਲਿਟਿਕਸ ਜਿਹੜੀ ਆ ਉਹ ਇੰਟਰਨੈਸ਼ਨਲ ਰੀਪਰਕਸ਼ਨਸ ਹੁੰਦੀਆਂ ਉਹਦੇ ਵਿੱਚ। ਸਾਡੇ ਵੀ ਕਈ ਵਾਰੀ ਹਿੰਦੁਸਤਾਨ ਦੇ ਵਿੱਚ ਵੀ ਇਦਾਂ ਕਰਦੇ ਆ ਕਿ ਉਹਨਾਂ ਨੇ ਕੰਮ ਤਾਂ ਆਪਣੀ ਇਲੈਕਸ਼ਨ ਜਿੱਤਣ ਲਈ ਕਰਨਾ ਹੁੰਦਾ, ਪਰ ਬਣ ਜਾਂਦੀ ਹੈ ਗੱਲ ਅੰਤਰਰਾਸ਼ਟਰੀ। ਹਾਂਜੀ। ਹੁਣ ਮਿਸਿਸ ਗਾਂਧੀ ਨੇ ਜਿਹੜੀ ਖਾਲਿਸਤਾਨੀ ਮੂਵਮੈਂਟ ਚਲਾਈ ਸੀ ਉੱਥੇ, ਉਹ ਡੋਮੈਸਟਿਕ ਦੇਖੋ ਸਾਡਾ ਕਿੰਨਾ ਨੁਕਸਾਨ ਹੋਇਆ। ਬਹੁਤ ਬੰਦੇ ਐਸਟੈਬਲਿਸ਼ਮੈਂਟ ਦੇ ਇਹ ਵੀ ਕਹਿੰਦੇ ਸੀ ਵੀ ਇਹ ਗੱਲ ਨਾ ਕਰੋ, ਇਹਦੇ ਨਾਲ ਫਾਇਦਾ ਜਿਹੜਾ ਸਾਡੇ ਗੁਆਂਢੀ ਮੁਲਕ ਨੇ ਉਠਾਉਣਾ ਹੈ, ਉਠਾਇਆ ਵੀ ਉਹਨਾਂ ਨੇ, ਤੇ ਉਹਦੇ ਨਾਲ ਨੁਕਸਾਨ ਕਿਹਨਾਂ ਨੂੰ ਹੋਇਆ? ਹਿੰਦੁਸਤਾਨ ਨੂੰ ਹੋਇਆ। ਹਾਂਜੀ। ਪਰ ਜਦੋਂ ਇਲੈਕਸ਼ਨ ਜਿੱਤਣੀਆਂ ਹੋਣ ਉਸ ਵੇਲੇ ਕਈ ਵਾਰੀ ਪਰਵਾਹ ਨਹੀਂ ਕਰਦੇ। ਅਮਰੀਕਾ ਦੇ ਵਿੱਚ ਵੀ ਜਨਰਲੀ ਤੌਰ ਤੇ ਫੋਰਨ ਪਾਲਿਸੀ ਤੇ ਸਹਿਮਤ ਹੁੰਦੇ ਆ, ਪਰ ਹੁਣ ਇਸ ਹੱਦ ਤਾਈਂ ਪਹੁੰਚ ਗਏ ਆ ਡੈਮੋਕ੍ਰੈਟਿਕ ਪਾਰਟੀ ਵਾਲੇ, ਜੋ ਬਾਈਡਨ ਸਾਹਿਬ, ਕਿ ਇਹਨਾਂ ਨੂੰ ਲੱਗਦਾ ਕਿ ਹਾਊਸ ਕਾਂਗਰਸ ਬਚਾਉਣ ਲਈ ਕੁਝ ਵੀ ਕਰ ਸਕਦੇ, ਕਿਤੇ ਵੀ ਲੜਾਈ ਕਰ ਸਕਦੇ। ਡਾਕਟਰ ਸਾਹਿਬ, ਯੂਕੇ ਦੇ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੈਰੇਮੀ ਕਾਰਬਨ ਨੇ ਕਿਹਾ ਕਿ ਜਿਹੜਾ ਪੱਛਮ ਹੈਗਾ, ਜਿਹੜਾ ਵੈਸਟ ਹੈਗਾ, ਇਹਨੂੰ ਹੁਣ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈਗੀ ਆ। ਇਹਨਾਂ ਨੂੰ ਹਥਿਆਰਾਂ ਦੀ ਜਿਹੜੀ ਇਹ ਸਹਾਇਤਾ ਕਰ ਰਹੇ ਆ ਯੂਕਰੇਨ ਦੀ, ਇਹਨੂੰ ਬੰਦ ਕਰਨਾ ਚਾਹੀਦਾ। ਉਹ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਹੈਰਾਨਗੀ ਦੀ ਗੱਲ ਇਹ ਆ ਕਿ ਸ਼ਾਂਤੀ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਵੈਸਟ ਦਾ ਤਾਂ ਸਾਰਾ ਜ਼ੋਰ ਜਿਹੜਾ ਲੱਗਿਆ ਹੋਇਆ, ਜਿਹੜਾ ਰਸ਼ੀਆ ਤੇ ਯੂਕਰੇਨ ਦਾ ਕੌਨਫਲਿਕਟ ਹੈ, ਇਹਨੂੰ ਵਧਾਉਣ ਦੇ ਵੱਲ ਹੀ ਲੱਗਿਆ ਹੋਇਆ। ਜੇ ਹਾਲਾਤ ਇਹੀ ਰਹੇ ਤਾਂ ਫਿਰ ਇਹ ਤਾਂ ਇਦਾਂ ਹੀ ਚੱਲਦਾ ਰਹੂਗਾ। ਦੇਖੋ, ਹੁਣ ਆਲੋਚਕ ਇਹਨਾਂ ਦੇ ਆਪਣੀਆਂ ਸਫਾਂ ਦੇ ਵਿੱਚੋਂ ਆਉਣੇ ਚਾਹੀਏ। ਲੇਬਰ ਪਾਰਟੀ ਦੇ ਲੀਡਰ ਰਹੇ ਆ ਉਹ, ਔਰ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਜੇ ਅਸੀਂ ਹਥਿਆਰ ਦੇਣੇ ਆ ਯੂਕਰੇਨ ਨੂੰ, ਜਿੱਦਾਂ ਵੈਸਟਰਨ ਯੂਰਪ ਦੇ ਰਿਹਾ, ਨਾਰਥ ਅਮਰੀਕਾ ਵਾਲੇ ਦੇ ਰਹੇ, ਉਹਦੇ ਨਾਲ ਲੜਾਈ ਹੋ ਸਕਦਾ ਥੋੜਾ ਚਿਰ ਜ਼ਿਆਦਾ ਰਵੇ ਉੱਥੇ, ਯੂਕਰੇਨ ਵਾਲੇ ਥੋੜਾ ਚਿਰ ਜ਼ਿਆਦਾ ਲੜ ਸਕਦੇ ਆ। ਪਰ ਇਹਦਾ ਮਤਲਬ ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਜਿੱਤ ਜਾਣਾ। ਲੜਾਈ ਤਾਂ ਅੰਤ ਨੂੰ ਇਹਨਾਂ ਦੀ ਹਾਰ ਦੇ ਨਾਲ ਹੀ ਹੋਣੀ। ਤੇ ਜੇ ਅਸੀਂ ਉਹਨਾਂ ਨੂੰ ਹਥਿਆਰ ਦੇਣੇ ਬੰਦ ਕਰੀਏ ਤੇ ਫਿਰ ਪਹਿਲਾਂ ਸ਼ਾਂਤੀ ਆ ਸਕਦੀ, ਪਹਿਲਾਂ ਸਮਝੌਤਾ ਹੋ ਸਕਦਾ। ਸੋ ਜੇ ਤੁਸੀਂ ਯੂਨਾਈਟਿਡ ਨੇਸ਼ਨ ਦਾ ਚਾਰਟਰ ਪੜ੍ਹਦੇ ਆ ਨਾ, ਸਭ ਤੋਂ ਪਹਿਲਾ ਸ਼ਬਦ ਯੂਜ਼ ਕਰਦੇ ਆ ਪੀਸ ਐਂਡ ਸਟੈਬਿਲਿਟੀ। ਹਾਂਜੀ। ਸ਼ਾਂਤੀ ਤੇ ਸਥਿਰਤਾ। ਤੇ ਉਹ ਹੁਣ ਹਰ ਇੱਕ ਮੁਲਕ ਨੇ ਉਹਨੂੰ ਸਾਈਨ ਕੀਤਾ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਜਦੋਂ ਗਾਂਧੀ ਫਿਲਮ ਆਈ ਸੀ, ਇਹ ਸਾਰੇ ਸ਼ਾਂਤੀ ਦੇ ਪੁਜਾਰੀ ਬਣੇ ਹੋਏ ਤੇ। ਨੈਲਸਨ ਮੰਡੇਲਾ ਨੂੰ ਹਰ ਇੱਕ ਦੇਸ਼ ਨੇ ਸਿਟੀਜ਼ਨਸ਼ਿਪ ਦਿੱਤੀ ਹੈ, ਕੈਨੇਡਾ ਵਾਲਿਆਂ ਨੇ ਵੀ ਦਿੱਤੀ, ਤੇ ਇਸ ਕਰਕੇ ਦਿੱਤੀ ਕਿ ਉਹ ਸ਼ਾਂਤੀ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ, ਔਰ ਉਹਨਾਂ ਨੇ ਕੀਤਾ ਵੀ ਉੱਥੇ। ਤੇ ਉਹ ਮੁਲਕ ਜਿਹੜੇ ਸ਼ਾਂਤੀ ਕਰਦੇ ਹੁੰਦੇ ਸੀ, ਯੂਕਰੇਨ ਦੀ ਜਿਸ ਦਿਨ ਦੀ ਲੜਾਈ ਸ਼ੁਰੂ ਹੋਈ ਆ ਫਰਵਰੀ ਤੋਂ ਲੈ ਕੇ 5 ਮਹੀਨੇ ਹੋ ਗਏ ਹੁਣ, ਤੇ ਅੱਜ ਤਾਈਂ ਇਹਨਾਂ ਨੇ ਸ਼ਾਂਤੀ ਦਾ ਸ਼ਬਦ ਨਹੀਂ ਵਰਤਿਆ। ਉਹ ਕਹਿੰਦੇ ਵੀ ਸ਼ਾਂਤੀ ਜੇ ਨਹੀਂ ਆਉਂਦੀ, ਦੱਸੋ ਤੁਸੀਂ, ਜਿਹੜੇ ਅਸੀਂ ਪ੍ਰਮੋਟ ਕਰਦੇ ਹਾਂ, ਵੈਸੇ ਸਾਰੇ ਪੱਛਮੀ ਮੁਲਕ ਜਿਹੜੇ ਆ ਅੰਤਰਰਾਸ਼ਟਰੀ ਤੌਰ ਤੇ ਇਹੀ ਕਹਿੰਦੇ ਦੂਸਰੇ ਮੁਲਕਾਂ ਨੂੰ ਕਿ ਸ਼ਾਂਤੀ ਪ੍ਰਮੋਟ ਕਰਦੇ ਹਾਂ ਅਸੀਂ। ਇਹ ਅਜੇ ਤੱਕ ਤਾਂ ਇਹਨਾਂ ਦੀ ਫੋਰਨ ਪਾਲਿਸੀ 'ਚ ਇਹ ਨਹੀਂ ਕਿਹਾ ਕਿ ਅਸੀਂ ਲੜਾਈਆਂ ਪ੍ਰਮੋਟ ਕਰਦੇ ਹਾਂ। ਕਰਦੇ ਤਾਂ ਲੜਾਈਆਂ ਆ, ਪਰ ਕਮ ਸੇ ਕਮ ਸ਼ਬਦ ਤਾਂ ਇਹੀ ਵਰਤਦੇ ਆ ਕਿ ਅਸੀਂ ਪੀਸ ਐਂਡ ਸਟੈਬਿਲਿਟੀ ਚਾਹੁੰਦੇ ਹਾਂ। ਹਾਂਜੀ, ਅਮਨ ਸ਼ਾਂਤੀ ਦਾ ਮਾਹੌਲ ਚਾਹੁੰਦੇ ਹਾਂ। ਅਮਨ ਸ਼ਾਂਤੀ ਦਾ ਮਾਹੌਲ ਚਾਹੁੰਦੇ ਹਾਂ।
ਤੇ ਉਹ ਕਹਿੰਦੇ ਵੀ ਉਹ ਅਮਨ ਸ਼ਾਂਤੀ ਜਿਹੜੀ ਯੂਕਰੇਨ ਦੀ ਲੜਾਈ 'ਚ ਕਿੱਥੇ ਗਈ? ਹਾਂਜੀ, ਤੁਸੀਂ ਉਹਨਾਂ ਨੂੰ ਵੈਪਨ ਦੇਈ ਜਾਂਦੇ ਆ, ਉਹਦੇ ਨਾਲ ਇੰਨਾ ਹੀ ਹੋ ਰਿਹਾ ਵੀ ਲੜਾਈ ਜਿਹੜੀ ਥੋੜਾ ਚਿਰ ਹੋਰ ਜਾਰੀ ਰਹੂਗੀ। ਉਹਨਾਂ ਨੇ ਡਾਕਟਰ ਸਾਹਿਬ ਕ੍ਰਿਟੀਸਾਈਜ਼ ਕੀਤਾ ਵੈਸਟ ਨੂੰ। ਉਹ ਕਹਿੰਦੇ ਕਿ ਜਿਹੜੇ ਸ਼ਬਦ ਸੁਣਨ ਨੂੰ ਮਿਲਦੇ ਆ, ਲੜਾਈ, ਯੁੱਧ, ਜੰਗ, ਹਥਿਆਰ, ਇਹੀ ਸੁਣਨ ਨੂੰ ਮਿਲਦੇ ਆ। ਇਹਨਾਂ ਨੇ ਦੇਖੋ ਇੱਕ ਪਾਸੇ ਤਾਂ ਜਿਹੜੀ ਜਿੱਥੇ ਤਾਈਂ ਇਹਨਾਂ ਦੀ ਆਰਥਿਕ ਸੈਂਕਸ਼ਨ ਦੀ ਗੱਲ ਸੀ ਉਹ ਤਾਂ ਨੰਗੇ ਹੋ ਚੁੱਕੇ ਆ। ਹਾਂਜੀ, ਕਿਉਂਕਿ ਇਹਨਾਂ ਨੇ ਜੋ ਕੁਝ ਇਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਲਿਆ ਰਸ਼ੀਆ ਤੋਂ, ਅਜੇ ਤਾਈਂ ਲੈ ਰਹੇ ਆ। ਔਰ ਇਹਨਾਂ ਨੂੰ ਆਬਜੈਕਸ਼ਨ ਇਹ ਆ ਕਿ ਰਸ਼ੀਆ ਵਾਲੇ ਸਾਨੂੰ ਗੈਸ ਬੰਦ ਕਰ ਰਹੇ। ਹਾਂਜੀ, ਇਹ ਨਹੀਂ ਵੀ ਅਸੀਂ ਨਹੀਂ ਲੈਣੀ ਉਹਨਾਂ ਤੋਂ, ਇਹਨਾਂ ਆਬਜੈਕਸ਼ਨ ਇਹ ਆ ਵੀ ਉਹ ਦੇ ਨਹੀਂ ਰਹੇ। ਹਾਂਜੀ। ਅੱਛਾ, ਫਿਰ ਜਿਹੜੀ ਅੱਜ ਕੱਲ ਦੀ ਮਾਰਕੀਟ ਹੈ ਨਾ, ਇੰਟਰਨੈਸ਼ਨਲ ਮਾਰਕੀਟ, ਇਹ 'ਚ ਸੈਂਕਸ਼ਨ ਲਾਉਣੇ ਬਹੁਤ ਔਖੇ ਆ। ਇੱਕ ਜਿਹੜੀਆਂ ਬ੍ਰੋਕਰੇਜ ਫਰਮਜ਼ ਆ, ਅਸੀਂ ਕਹਿੰਦੇ ਆ ਵੱਖ-ਵੱਖ ਕਮੋਡਿਟੀਜ਼ ਜਿਹੜੀਆਂ ਕੋਈ ਵੀ ਵਸਤੂ ਬਣਾਉਂਦੇ ਆ, ਉਹਨਾਂ ਦੀ ਉਹ ਟ੍ਰੇਡਿੰਗ ਕਰਦੇ ਇੰਟਰਨੈਸ਼ਨਲ ਤੌਰ ਤੇ। ਕੋਈ ਇਟਲੀ ਦੇ ਵਿੱਚ ਰਜਿਸਟਰਡ ਆ, ਕੋਈ ਦੁਬਈ ਦੇ ਵਿੱਚ ਰਜਿਸਟਰਡ ਆ, ਕੋਈ ਨਿਊਯਾਰਕ ਦੇ ਵਿੱਚ ਰਜਿਸਟਰਡ ਆ। ਉਹ 195 ਮੁਲਕਾਂ ਤੋਂ ਸਮਾਨ ਇਕੱਠਾ ਕਰਦੇ ਆ ਤੇ ਫਿਰ ਉਹ ਅੱਗੇ ਵੇਚਦੇ ਆ। ਉਹ ਕਿਸੇ ਹੋਰ ਫਰਮ ਨੂੰ ਵੇਚ ਦਿੰਦੇ ਆ, ਉਹ ਗਾਹਾਂ ਸ਼ਿਪਿੰਗ ਕੋਈ ਹੋਰ ਕਰਦਾ। ਹੁਣ ਸ਼ਿਪਿੰਗ ਕਾਸਟ ਜਿਹੜੀਆਂ ਪਿੱਛੇ ਜਿਹੇ ਸ਼ਿਪਿੰਗ ਬੰਦ ਹੋ ਗਈ ਸੀ, ਸ਼ਿਪਿੰਗ ਕਾਸਟ ਦਾ ਕਰਕੇ ਜ਼ਿਆਦਾ ਕਮੋਡਿਟੀ ਪ੍ਰਾਈਸਿਸ ਵਧੀਆਂ। ਹਾਂਜੀ, ਜਿਹੜੀ ਚੀਜ਼ ਪਿੱਛੇ ਤੁਸੀਂ $10,000 ਦੇ ਵਿੱਚ ਭੇਜ ਸਕਦੇ ਸੀ, ਉਹ ਤਾਂ $90,000 ਲੈਂਦੇ ਹੋ। ਹੁਣ ਇਹਦੇ ਵਿੱਚ ਬ੍ਰੋਕਰੇਜ ਫਰਮ ਦਾ ਕਰਕੇ ਬਹੁਤ ਔਖਾ ਆ ਇਹ ਦੱਸਣਾ ਕਿ ਇਹ ਚੀਜ਼ ਅਮਰੀਕਾ ਦੀ ਜਾਂ ਕੈਨੇਡਾ ਦੀ ਜਾਂ ਵੈਸਟਰਨ ਯੂਰਪ ਦੀ ਰਸ਼ੀਆ ਨਹੀਂ ਲੈ ਰਿਹਾ। ਤੁਸੀਂ ਕਿਹੜੀ ਛਾਣਨੀ ਨਾਲ ਲਾਓਗੇ? ਜਿੱਦਾਂ ਇੰਡੀਆ ਵਾਲੇ ਤੇਲ ਲੈਂਦੇ ਸੀ, ਉਹ ਇਕੱਲੇ ਰਸ਼ੀਆ ਤੋਂ ਤਾਂ ਲੈਂਦੇ ਨਹੀਂ, ਵੈਸੇ ਰਸ਼ੀਆ ਤੋਂ ਤੇਲ ਲੈਂਦੇ ਆ, ਕੱਚਾ ਮਾਲ ਜਿਹੜਾ ਕਰੂਡ ਆਇਲ, ਤਾਂ ਹੋਰਨਾਂ ਮੁਲਕਾਂ ਤੋਂ ਵੀ ਲੈਂਦੇ ਆ, ਆਪਣੇ ਰਿਫਾਈਨ ਕਰਕੇ ਫਿਰ ਉਹ ਯੂਰਪ ਨੂੰ ਭੇਜ ਦਿੰਦੇ ਆ। ਹਾਂਜੀ, ਤੇ ਉਹ ਕਹਿੰਦੇ ਵੀ ਜਿਹੜਾ ਲੀਟਰ ਅਸੀਂ ਖਰੀਦਦੇ ਆ ਉਹ ਚੋਂ ਕਿੱਦਾਂ ਦੱਸੀਏ ਵੀ ਆਹ ਤੁਪਕਾ ਰਸ਼ੀਆ ਤੋਂ ਲਿਆ, ਆਹ ਤੁਪਕਾ ਇਹਨਾਂ ਨੇ ਦੁਬਈ ਤੋਂ ਲਿਆ ਹੈ। ਵੱਖਰਾ ਕਰਨਾ ਤਾਂ ਮੁਸ਼ਕਲ ਹੈ ਨਾ। ਹਾਂਜੀ, ਇਸੇ ਤਰ੍ਹਾਂ ਬ੍ਰੋਕਰੇਜ ਫਰਮ ਦਾ ਜਿਹੜਾ ਤੁਸੀਂ ਕਣਕ ਲੈਣੀ ਆ, ਕੋਈ ਹੋਰ ਕਮੋਡਿਟੀ ਲੈਣੀ ਆ, ਉਹ ਚੋਂ ਇਹ ਸਾਬਤ ਕਰਨਾ ਕਿ ਆਹ ਜਿਹੜੀ ਬੋਰੀ ਆ ਇਹ ਤਾਂ ਹੈਗੀ ਆ ਰਸ਼ੀਆ ਵਾਲਿਆਂ ਦੀ, ਆਹ ਬੋਰੀ ਜਿਹੜੀ ਯੂਕਰੇਨ ਵਾਲਿਆਂ ਦੀ ਹੈ, ਕਿਉਂਕਿ ਉਹਨਾਂ ਨੇ ਤਾਂ ਕੰਪਨੀ ਨੇ ਆਪਣੇ ਨਾਂ ਤੇ ਵੇਚਦੇ ਹੋ। ਸੋ ਸੈਂਕਸ਼ਨ ਕਿਸੇ ਤਰੀਕੇ ਨਾਲ ਆਰਥਿਕ ਤੌਰ ਤੇ ਕੰਮ ਨਹੀਂ ਕਰਦੇ ਅੱਜ ਕੱਲ੍ਹ। ਹਾਂ, ਬਿਲਕੁਲ ਸੈਂਕਸ਼ਨ ਉਦੋਂ ਕੰਮ ਕਰਦੇ ਆ ਜੋ ਸਾਰੀਆਂ ਦੁਨੀਆ ਦੀਆਂ ਮਹਾਨ ਤਾਕਤਾਂ, ਜਿਹੜੀਆਂ ਦੋ ਤਾਕਤਾਂ ਆ, ਇਕੱਠੀਆਂ ਹੋ ਕੇ ਉਹ ਉਸ ਮੁਲਕ ਦੀ ਘੇਰਾਬੰਦੀ ਕਰ ਦਿੰਦੀਆਂ ਕਿ ਇੱਥੋਂ ਕੋਈ ਸ਼ਿਪ ਜਾ ਹੀ ਨਹੀਂ ਸਕਦਾ। ਤੇ ਇਹ ਰਸ਼ੀਆ ਵਾਲੀ ਤਾਂ ਗੱਲ ਹੋਈ ਨਹੀਂ ਇਹਨਾਂ ਦੀ। ਉਹਨਾਂ ਦੇ ਨਿੱਤ ਸ਼ਿਪ ਆਉਂਦੇ ਆ, ਨਿੱਤ ਜਾਂਦੇ ਆ। ਜ਼ਿਆਦਾ ਤੌਰ ਤੇ ਸ਼ਿਪ ਜਿਹੜੇ ਆ ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਸ਼ਿਪਿੰਗ ਇੰਡਸਟਰੀਜ਼ ਆ ਗ੍ਰੀਸ ਦੇ ਵਿੱਚ ਰਜਿਸਟਰਡ ਆ, ਹੋਣਗੀਆਂ ਭਾਵੇਂ ਕਿ ਕਿਸੇ ਵੀ ਮੁਲਕ ਦੀਆਂ, ਪਰ ਉਸ ਕੰਪਨੀ ਦਾ ਨਾਂ ਜਿਹੜਾ ਆ ਉਹ ਗ੍ਰੀਸ ਦੇ ਵਿੱਚ ਰਜਿਸਟਰਡ ਆ। ਜੀ, ਇਹ ਪਤਾ ਨਹੀਂ ਕੌਣ ਓਨ ਕਰਦਾ, ਕੌਣ ਨਹੀਂ ਕਰਦਾ। ਰਸ਼ੀਆ ਵਾਲੇ ਹੋ ਸਕਦਾ ਓਨ ਕਰਦੇ ਹੋਣ, ਪਰ ਉਹ ਗ੍ਰੀਸ ਦਾ ਵੱਜ ਰਿਹਾ। ਤੇ ਇਹ ਬੜੀ ਮੁਸ਼ਕਲ ਗੱਲ ਹੈ। ਤੇ ਪੋਲੀਟੀਕਲ ਤੌਰ ਤੇ ਉਹ ਕਹਿੰਦਾ ਹਰੇਕ ਹੀ ਬੰਦਾ ਇਹ ਗੱਲ ਕਰੀ ਜਾਂਦਾ ਵੀ ਲੜਾਈ। ਉਹ ਮੁਲਕ ਜਿਹੜੇ ਅਸੀਂ ਵਿਦੇਸ਼ ਨੀਤੀ ਦੇ ਵਿੱਚ ਆਪਣੀ ਇਹ ਕਹਿੰਦੇ ਆ ਪੀਸ ਤੇ ਸਟੈਬਿਲਿਟੀ, ਹਾਂਜੀ, ਅਮਨ ਸ਼ਾਂਤੀ ਰੱਖੋ, ਉਦੋਂ ਬਾਅਦ ਅਸੀਂ ਰੌਲਾ ਪਾਉਣ ਲੱਗ ਪੈਂਦੇ ਆ। ਪਰ ਯੂਕਰੇਨ ਵਾਰੀ ਇਹ ਸ਼ਬਦ ਕਿਉਂ ਮਿਸ ਹੋ ਗਏ? ਹਾਂਜੀ, ਇਹ ਮਤਲਬ ਕੁਝ ਲੀਡਰਸ ਹੈਗੇ ਆ ਜਿਹੜੇ ਇਸ ਵਿਚਾਰਧਾਰਾ ਦੇ ਆ, ਉਹਨਾਂ ਨੇ ਕਿਹਾ ਕਿ ਸਾਡਾ ਹਿੱਤ ਇਹ ਬਣਦਾ ਲੌਂਗ ਟਰਮ ਦੇ ਵਿੱਚ ਕਿ ਉੱਥੇ ਸਮਝੌਤਾ ਹੋਣਾ ਚਾਹੀਦਾ। ਜਿਸ ਤਰੀਕੇ ਨਾਲ ਟਰਕੀ ਵਾਲੇ ਲੱਗੇ ਆ, ਟਰਕੀ ਵਾਲਿਆਂ ਨੇ ਸ਼ੋਅ ਕੀਤਾ ਇਹਨਾਂ ਨੂੰ ਕਿ ਅਸੀਂ ਤਾਂ ਸਾਡੇ ਹਿੱਤ ਦੇ ਵਿੱਚ, ਸਾਡੇ ਗੁਆਂਢੀ ਮੁਲਕ ਆ, ਅਸੀਂ ਇਹੀ ਚਾਹੁੰਦੇ ਆ ਕਿ ਰਸ਼ੀਆ ਤੇ ਯੂਕਰੇਨ ਵਾਲੇ ਸ਼ਾਂਤੀ ਰੱਖਣ। ਜੀ, ਉਹਨਾਂ ਨੇ ਤਾਂ ਆਫਰ ਕੀਤਾ ਸੀ ਕਿ ਗੱਲਬਾਤ ਉਹਨਾਂ ਕੋਲ ਜਾ ਕੇ ਕਰ ਲੈਣ। ਉਹ ਹੁਣ ਯੂਕਰੇਨ ਵਾਲਿਆਂ ਦਾ ਜਿਹੜਾ ਜਹਾਜ਼ ਆਇਆ ਕਣਕ ਲੈ ਕੇ, ਉਹਦਾ ਨੈਗੋਸ਼ੀਏਸ਼ਨ ਵੀ ਉੱਥੇ ਟਰਕੀ ਦੇ ਵਿੱਚ ਹੀ ਹੋਈ ਹੈ। ਹਾਂਜੀ, ਕਿਉਂਕਿ ਉਹ ਥਰਡ ਪਾਰਟੀ ਜਿਹੜੀ ਮੀਡੀਏਸ਼ਨ ਕੀਤੀ ਆ ਨਾ ਉਹਨਾਂ ਨੇ ਆਫਰ, ਉਹ ਚੱਲਦੀ ਆ, ਭਾਵੇਂ ਕਿ ਉਹ ਕਿਸੇ ਗੱਲ ਤੇ ਬਹੁਤੀਆਂ ਗੱਲਾਂ ਤੇ ਸਹਿਮਤ ਨਹੀਂ ਹੁੰਦੇ, ਪਰ ਉਹਨਾਂ ਦੇ ਡਿਪਲੋਮੈਟਸ ਹਰ ਰੋਜ਼ ਮਿਲਦੇ ਆ। ਜੀ, ਉਹ ਟਰਕੀ ਦਾ ਸਦਕਾ ਮਿਲਦੇ ਆ। ਹਾਂਜੀ, ਡਾਕਟਰ ਸਾਹਿਬ, ਯੇਲ ਯੂਨੀਵਰਸਿਟੀ ਦੇ ਰਿਸਰਚਰਸ ਨੇ
ਮਰੇ ਹੋਏ ਸੂਰ ਦੇ ਵਿੱਚ ਖੂਨ ਚੱਲਣ ਲਾਤਾ, ਕੀ ਹੁਣ ਮਰੇ ਹੋਏ ਜ਼ਿੰਦਾ ਹੋ ਜਾਇਆ ਕਰਨਗੇ? ਕੀ ਲੱਗਦਾ ਤੁਹਾਨੂੰ? ਦੇਖੋ, ਸੂਰਾਂ ਤੇ ਇਹਨਾਂ ਦਾ ਦੂਸਰਾ ਤਜਰਬਾ ਹੈ ਜੇਲ੍ਹ ਦਾ। ਪਹਿਲਾਂ ਇਹਨਾਂ ਨੇ ਦਿਮਾਗ ਦੇ ਵਿੱਚ ਜਿਹੜੇ ਸੈੱਲ ਪੈਦਾ ਕੀਤੇ ਸੀ, ਉਦੋਂ ਆਸ ਲਾਈ ਜਾ ਸਕਦੀ ਸੀ ਕਿ ਅਸੀਂ ਕਹਿੰਦੇ ਕਿ ਜਦੋਂ ਜੇ ਸਾਨੂੰ ਸਟ੍ਰੋਕ ਹੋ ਜਾਂਦਾ ਫਾਰ ਐਗਜ਼ਾਮਪਲ, ਤੇ ਉਹਨੂੰ ਖੂਨ ਜਾਣਾ ਬੰਦ ਕਰਦਾ ਤੇ ਉਸ ਵੇਲੇ ਸਾਡੇ ਸੈੱਲ ਮਰ ਜਾਂਦੇ। ਤਾਂ ਉਹਨਾਂ ਖਾਸ ਤੌਰ ਤੇ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਸਟ੍ਰੋਕ ਹੋਇਆ, ਉਹਨਾਂ ਨੂੰ ਆਸ ਹੋਵੇ ਕਿ ਇਹ ਸੈੱਲ ਜਿਹੜੇ ਆ ਉਹਨਾਂ ਨੂੰ ਰਿਵਾਈਵ ਕਰ ਸਕਦੇ। ਅੱਛਾ, ਦੂਸਰੀ ਵੱਡੀ ਹੁਣ ਜਿਹੜੀ ਕਾਢ ਹੋਈ ਆ ਕਿ ਸੂਰ ਮਰ ਗਿਆ ਤੇ ਉਹਦਾ ਜਿਹੜਾ ਮਰੇ ਹੋਏ ਸੂਰ ਦਾ ਬਾਅਦ ਦੇ ਵਿੱਚ ਇਹਨਾਂ ਨੇ ਆਕਸੀਜਨ ਪੰਪ ਕਰਕੇ ਤੇ ਉਹਦੇ ਵਿੱਚ ਕੋਈ ਹੋਰ ਕੁਛ ਹੋਰ ਵੀ ਗੱਲਾਂ ਹੋਈਆਂ, ਪਰ ਜ਼ਿਆਦਾ ਤੌਰ ਤੇ ਆਕਸੀਜਨ ਦਾ ਰੋਲ ਸੀ, ਉਹਦਾ ਖੂਨ ਚੱਲਣ ਲੱਗਾ। ਤਾਂ ਇਸ ਵੇਲੇ ਤਾਂ ਉਹਦੀ ਜਿਹੜੀ ਮਹੱਤਤਾ ਇਸ ਤੱਕ ਆ ਕਿ ਜੇ ਕੋਈ ਇਨਸਾਨ ਮਰ ਜਾਂਦਾ ਤਾਂ ਕੀ ਉਹਦਾ ਕੋਈ ਆਰਗਨ ਦੂਸਰੇ ਬੰਦੇ ਦੇ ਟ੍ਰਾਂਸਪਲਾਂਟ ਕੀਤਾ ਜਾ ਸਕਦਾ? ਕਈ ਵਾਰੀ ਜੇ ਇਨਸਾਨ ਜ਼ਿਆਦਾ ਚਿਰ ਮਰਿਆ ਰਹੇ, ਥੋੜਾ ਚਿਰ, ਜਾਂ ਤਾਂ ਫਟਾਫਟ ਜਿੱਦਾਂ ਅੱਖਾਂ ਕੱਢਦੇ ਆ ਫਟਾਫਟ ਕੱਢਦੇ ਆ। ਹਾਂਜੀ। ਤੇ ਹੁਣ ਜੇ ਥੋੜਾ ਚਿਰ ਜ਼ਿਆਦਾ ਵੀ ਹੋ ਜਾਵੇ, ਜੇ ਉਹਨੂੰ ਰਿਵਾਈਵ ਕੀਤਾ ਜਾਵੇ, ਅੰਦਰ ਖੂਨ ਚੱਲਣ ਲੱਗ ਪਵੇ, ਕੀ ਉਹਦੇ ਸਾਰੇ ਆਰਗਨ ਜਿਹੜੇ ਆ ਦੂਸਰੇ ਕਿਸੇ ਇਨਸਾਨ ਨੂੰ ਦਿੱਤੇ ਜਾ ਸਕਦੇ ਆ? ਮਤਲਬ ਆਸ ਬੰਨਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਇਸ ਤਰ੍ਹਾਂ ਹੋ ਸਕਦਾ। ਹੁਣ ਇਹ ਐਥੀਕਲ ਵੀ ਗੱਲ ਆਉਂਦੀ ਆ। ਅਸੀਂ ਜਿਹੜੇ ਧਾਰਮਿਕ ਬੰਦੇ ਇਹ ਕਹਿੰਦੇ ਕਿ ਰੱਬ ਨੇ ਸੱਦਿਆ ਸੀ, ਰੱਬ ਕੋਲ ਚਲਾ ਗਿਆ ਬੰਦਾ। ਹਾਂਜੀ। ਤੇ ਜੇ ਉਹ ਰੱਬ ਤੋਂ ਚਲਾ ਗਿਆ, ਇਹਨਾਂ ਨੇ ਫੇਰ ਉਹਨੂੰ ਜਿੰਦਾ ਕਰ ਲਿਆ। ਹਾਂਜੀ। ਤੇ ਫਿਰ ਉਹ ਰੱਬ ਦਾ ਹੁਕਮ ਕਿੱਧਰ ਗਿਆ? ਜੀ। ਤੇ ਉਹ ਰੱਬ ਵਾਲੇ ਬੰਦੇ ਨਾਰਾਜ਼ ਹੋਣਗੇ। ਜੀ ਡਾਕਟਰ ਸਾਹਿਬ, ਦੇਖੋ ਡਾਕਟਰ ਸਾਹਿਬ, ਹੁਣ ਸਾਇੰਸ ਦੇ ਵਿੱਚ ਤਾਂ ਇਹ ਕਿੰਨੇ ਸਾਰੇ ਐਕਸਪੈਰੀਮੈਂਟ ਹੁੰਦੇ। ਤੁਹਾਨੂੰ ਯਾਦ, ਆਪਾਂ ਪਹਿਲਾਂ ਇੱਕ ਚੂਹਿਆਂ ਵਾਲੇ ਐਕਸਪੈਰੀਮੈਂਟ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਉਮਰ ਰਿਵਰਸ ਹੋ ਜਾਂਦੀ ਆ। ਉਹਨਾਂ ਨੇ ਚੂਹਿਆਂ ਤੇ ਕਾਮਯਾਬ ਹੋਇਆ ਸੀ। ਉਹ ਬੜੀ ਵੱਡੀ ਰਿਸਰਚ ਆ ਹਾਰਵਰਡ ਦੀ, ਕਿ ਜੇ ਤੁਸੀਂ 85-90 ਸਾਲ ਦੇ ਹੋ ਗਏ ਆ ਤੇ ਤੁਹਾਡੇ ਜਿਹੜੇ ਸੈੱਲਸ ਆ ਉਹਨਾਂ ਨੂੰ ਯੰਗ ਕੀਤਾ ਜਾ ਸਕਦਾ, ਕਿਉਂਕਿ 85-90 ਨੂੰ ਬਹੁਤਿਆਂ ਨੂੰ ਬਿਮਾਰੀਆਂ ਤਾਂ ਪੈਂਦੀਆਂ ਕਿ ਉਹਨਾਂ ਦੇ ਸੈੱਲ ਬਹੁਤ ਕਮਜ਼ੋਰ ਹੋ ਚੁੱਕੇ ਹੁੰਦੇ। ਹਾਂਜੀ। ਤੇ ਜੇ ਸੈੱਲਸ ਨੂੰ ਰਿਵਾਈਵ ਕੀਤਾ ਜਾਵੇ, ਨਵੇਂ ਬਣ ਜਾਣ, ਜਿੱਦਾਂ ਹੁਣ ਬਹੁਤਿਆਂ ਨੇ ਗੋਡੇ ਲਵਾਉਂਦੇ ਨੇ ਲੋਕੀ, ਗੋਡਿਆਂ ਦੇ ਆਪਰੇਸ਼ਨ ਕਰਾਉਂਦੇ ਆ, ਤੇ ਫਿਰ ਜਿਨ੍ਹਾਂ ਦਾ ਸਕਸੈਸਫੁਲ ਕਾਮਯਾਬ, ਕਈਆਂ ਦੇ ਤਾਂ ਤੁਰਨੋਂ ਵੀ ਹਟ ਜਾਂਦੇ ਆ, ਪਰ ਜਿਨ੍ਹਾਂ ਦਾ ਕਾਮਯਾਬ ਹੋ ਜਾਂਦਾ ਬਾਅਦ ਦੇ ਵਿੱਚ ਰੀਹੈਬ ਕਰਦੇ ਆ, ਵੈਸੇ ਉਹ ਗੋਡੇ ਨਵੇਂ ਇਨਕੋਰ ਬਣ ਜਾਂਦੇ। ਹਾਂਜੀ ਡਾਕਟਰ ਸਾਹਿਬ, ਜਿੱਦਾਂ ਤੁਸੀਂ ਨਵੇਂ ਟਾਇਰ ਪਾਉਣੇ ਆ ਨਾ ਕਾਰਾਂ ਦੇ, ਤਾਂ ਗੋਡੇ ਵੀ ਨਵੇਂ ਬਣ ਜਾਂਦੇ। ਹਾਂਜੀ। ਤੇ ਬਹੁਤੇ ਲੋਕਾਂ ਨੂੰ, ਆਮ ਇਨਸਾਨ ਨੂੰ, ਖਾਸ ਤੌਰ ਤੇ 60ਵਿਆਂ 70ਵਿਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਪ੍ਰੋਬਲਮ, ਕਿ ਉਹਨਾਂ ਦੇ ਗੋਡੇ, ਕਿਉਂਕਿ ਸਾਰੀ ਉਮਰ ਤੁਰੇ ਫਿਰਦੇ ਆ, ਤੇ ਗੋਡੇ ਉਹਨਾਂ ਦੇ ਚੱਲਣੋਂ ਹਟ ਜਾਂਦੇ, ਜਾਂ ਐਟਲੀਸਟ ਉਹਨਾਂ ਦੇ ਪੇਨ ਹੋਣ ਲੱਗ ਪੈਂਦੀ ਹੈ, ਦਰਦ ਹੋਣ ਲੱਗ ਪੈਂਦਾ ਗੋਡਿਆਂ ਦੇ ਵਿੱਚ। ਪੇਨ ਦੇ ਵਿੱਚ ਬਹੁਤ ਮੈਡੀਸਨ ਚੱਲਦੀਆਂ, ਫਾਰਮਾਸਿਊਟੀਕਲ ਇੰਡਸਟਰੀ ਨੇ ਤੁਸੀਂ ਸ਼ੈਲਫ ਭਰ ਕੇ ਰੱਖੇ ਆ ਕਿ ਆਹ ਲਓ ਪੇਨ ਤੋਂ, ਆਹ ਲਓ ਪੇਨ ਤੋਂ, ਪਰ ਉਹ ਸੋਲੂਸ਼ਨ ਥੋੜ੍ਹਾ। ਫਾਰਮਾਸਿਊਟੀਕਲ ਇੰਡਸਟਰੀ ਇਸ ਗੱਲ 'ਚ ਦਿਲਚਸਪੀ ਨਹੀਂ ਰੱਖਦੀ ਕਿ ਤੁਹਾਡਾ ਕੋਈ ਹੱਲ ਹੋ ਜਾਵੇ। ਹਾਂਜੀ। ਹਾਂ, ਉਹਨਾਂ ਨੇ ਪੇਨ ਖਤਮ ਕਰਨ ਲਈ, ਉਹ ਪੇਨ ਰਵੇ ਜ਼ਰੂਰ, ਪਰ ਪੇਨ ਖਤਮ ਲਈ ਥੋੜੇ ਘੰਟੇ ਉਹਨਾਂ ਦੀ ਗੋਲੀ ਕੰਮ ਕਰੂਗੀ। ਟੈਂਪਰੇਰੀ ਸੋਲੂਸ਼ਨ ਦੇ ਦਿੰਦੇ ਆ ਹਮੇਸ਼ਾ, ਹਰ ਚੀਜ਼ ਦੇ ਵਿੱਚ ਟੈਂਪਰੇਰੀ ਸੋਲੂਸ਼ਨ ਹੈ ਇਹਨਾਂ ਦਾ। ਹਾਂਜੀ। ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਤੁਸੀਂ ਆਪਣੇ ਡਾਕਟਰ ਤੋਂ ਦਵਾਈ ਲੈ ਕੇ ਆਉਂਦੇ ਆ, ਉਹਨੂੰ ਪੁੱਛੋ ਕਿ ਇਹਦੇ ਨਾਲ ਮੈਂ ਠੀਕ ਹੋ ਜਾਊਂਗਾ, ਲੈ ਤਾਂ ਉਹ ਜਵਾਬ ਦੇ ਜਾਵੇ ਜੀ ਠੀਕ ਕੋਈ ਨਹੀਂ ਹੋਣਾ। ਹਾਂ ਠੀਕ ਹੈ, ਉਹ ਸੋਲੂਸ਼ਨ ਟੈਂਪਰੇਰੀ ਸੋਲੂਸ਼ਨ ਜ਼ਰੂਰ ਹੈ। ਹਾਂਜੀ। ਹਾਂ, ਜੇ ਉਹ ਵੀ ਕੰਮ ਕਰ ਜਾਵੇ ਤਾਂ, ਜੇ ਉਹ ਨਹੀਂ ਕੰਮ ਕਰਦਾ ਫਿਰ ਉਹਦਾ ਸਾਈਡ ਇਫੈਕਟ ਵੀ ਜ਼ਿਆਦਾ। ਹਾਂਜੀ। ਕਈ ਦਵਾਈਆਂ ਤੁਹਾਨੂੰ ਮਿਲਦੀਆਂ ਆ, ਦਿੰਦੇ ਨੇ, ਉਹ ਦਵਾਈ ਤੁਸੀਂ ਲੈਂਦੇ ਆ, ਉਹਦਾ ਅਸਰ ਜਿਹੜਾ ਠੀਕ ਤਰੀਕੇ ਨਾਲ ਹੋਣਾ ਚਾਹੀਦਾ ਹੁੰਦਾ ਨਹੀਂ, ਗਲਤ ਅਸਰ ਜ਼ਰੂਰ ਹੋ ਜਾਂਦਾ। ਹਾਂਜੀ। ਸੋ ਉਸ ਹਿਸਾਬ ਦੇ ਨਾਲ ਜਿਹੜੀ ਇਹ ਚੂਹਿਆਂ ਵਾਲੀ ਰਿਸਰਚ ਸੀ, ਉਹਨੇ ਇਹ ਕਹਿਤਾ ਕਿ ਸੈੱਲ ਜਿਹੜੇ ਅਸੀਂ ਨਵੇਂ ਕਰ ਸਕਦੇ ਹਾਂ, ਤਾਂ ਉਹ ਕਾਫੀ ਪ੍ਰੋਮਿਸਿੰਗ ਹੈ ਨਾ। ਹਾਂਜੀ। ਕਿ ਜੇ ਸੈੱਲ ਨਵੇਂ ਹੋ ਜਾਣਗੇ
ਤੇ ਬੱਚਿਆਂ ਵਾਂਗੂ ਤੁਰੇ ਫਿਰੋਗੇ ਤੁਸੀਂ। ਜੀ ਦੇਖੋ ਚੂਹਿਆਂ ਤੇ ਤਾਂ ਹੁਣ ਉਹ ਕਾਮਯਾਬ ਹੋ ਹੀ ਗਿਆ ਡਾਕਟਰ ਸਾਹਿਬ, ਐਕਸਪੈਰੀਮੈਂਟ ਦੇਖੋ ਹੁਣ ਮਨੁੱਖਾਂ ਤੇ ਕਦੋਂ ਹੁੰਦਾ। ਪਰ ਇਹ ਜਿਹੜੀ ਐਕਸਪੈਰੀਮੈਂਟ ਕਰਨ ਨੂੰ ਹਿਊਮਨ ਬੀਇੰਗ ਤੇ ਇਨਸਾਨਾਂ ਤੇ ਬਹੁਤ ਦੇਰ ਲੱਗਦੀ ਹੈ। ਹਾਂਜੀ, ਇਟ ਟੇਕਸ ਟਾਈਮ। ਤੋ ਹੌਲੀ ਹੌਲੀ ਸ਼ਾਇਦ ਇਹ ਵੀ ਹੋ ਜਾਵੇ, ਜਿਹੜੀ ਆਹ ਰਿਸਰਚ ਕਰਦੇ ਆ, ਜਿੱਦਾਂ ਪਹਿਲਾਂ ਉਹਨਾਂ ਨੇ ਸੂਰ ਦਾ ਦਿਮਾਗ, ਉਹਦੇ ਸੈੱਲ ਪਾਏ, ਉਹਦੇ ਨਿਊਰੋਨਸ ਕੰਮ ਕਰਨ ਲੱਗ ਪਏ, ਉਹਦੇ ਸੈੱਲਸ ਵੀ ਕੰਮ ਕਰਨ ਲੱਗ ਪਏ। ਹੁਣ ਨਰਵ ਸਿਸਟਮ ਨੂੰ ਕਿੱਦਾਂ ਇਹਨਾਂ ਨੇ ਰਿਵਾਈਵ ਕਰਨਾ, ਇਹ ਅਗਲੀ ਰਿਸਰਚ ਹੈ ਇਹਨਾਂ ਦੀ। ਹਾਂਜੀ। ਤੇ ਇਸ ਵੇਲੇ ਜਿਹੜਾ ਖੂਨ ਤਾਂ ਚੱਲਣ ਲਾਤਾ ਇਹਨਾਂ ਨੇ। ਹਾਂਜੀ। ਅੰਦਰ ਆਕਸੀਜਨ ਦੇ ਨਾਲ ਖੂਨ ਚੱਲਣ ਲਾਤਾ, ਉਹਦੇ ਨਾਲ ਜਿਹੜੇ ਅੰਗ ਆ, ਜੇ ਅੱਜ ਤਾਈਂ ਕਿਸੇ ਨੂੰ ਅੰਗ ਦੀ ਲੋੜ ਪੈਂਦੀ ਆ, ਲਿਵਰ ਦੀ ਲੋੜ ਪੈਂਦੀ ਆ, ਕਿਡਨੀ ਦੀ ਲੋੜ ਪੈਂਦੀ ਆ, ਕੋਈ ਹੋਰ ਅੰਗ ਦੀ ਲੋੜ ਪੈਂਦੀ ਆ, ਤਾਂ ਕਿਸੇ ਮੁਰਦੇ ਦੇ ਵਿੱਚੋਂ ਕੀ ਉਹ ਅੰਗ ਕੱਢੇ ਜਾ ਸਕਦੇ, ਕੀ ਉਹਨੂੰ ਰਿਵਾਈਵ ਕੀਤਾ ਜਾਵੇ, ਤੇ ਕਿੰਨੇ ਟਾਈਮ ਦੇ ਵਿੱਚ? ਇਹ ਐਥੀਕਲ ਕੁਐਸਚਨ ਬਣਿਆ ਉਹਨਾਂ ਲਈ। ਹਾਂਜੀ। ਕਿ ਤੁਸੀਂ ਕਿਸੇ ਮੁਰਦਾ ਬੰਦੇ ਨੂੰ ਉਹਦਾ ਅੰਦਰੋਂ ਖੂਨ ਚਾਲੂ ਕਰਕੇ ਉਹਦੇ ਕੀ ਅੰਗ ਕੱਢਣੇ ਸ਼ੁਰੂ ਕਰ ਦਿੰਦੇ, ਤਾਂ ਫਿਰ ਉਹਨੂੰ ਬਾਅਦ ਚ ਸੀਨਤਾ ਆਇਆ ਹੋਵੇ। ਹਾਂਜੀ। ਇਹ ਵੀ ਪ੍ਰੋਬਲਮ ਹੈ ਨਾ। ਹਾਂਜੀ, ਬਿਲਕੁਲ। ਇਹ ਐਥੀਕਲ ਪ੍ਰੋਬਲਮ ਹੈ ਲੋਕਾਂ ਲਈ। ਹਾਂਜੀ। ਅਖਲਾਕੀ ਤੌਰ ਤੇ ਕੀ ਇਦਾਂ ਕੀਤਾ ਜਾਣਾ ਚਾਹੀਦਾ, ਜਾਂ ਹੋ ਜ਼ਰੂਰ ਸਕਦਾ। ਜੇ ਸੂਰਾਂ ਤੇ ਹੋ ਸਕਦਾ, ਉਹ ਇਨਸਾਨ ਤੇ ਵੀ ਹੋਊਗਾ। ਹਾਂਜੀ। ਕਿਉਂਕਿ ਸਾਡਾ ਇੰਟਰਨਲ ਸਿਸਟਮ ਤਾਂ ਉਦਾਂ ਦਾ। ਜੀ, ਕਿਉਂਕਿ ਰਿਸਰਚਰਸ ਨੇ ਕਿਹਾ ਨਾ ਕਿ ਜਿਹੜੇ ਸੈੱਲ ਹੁੰਦੇ ਇੰਨੀ ਜਲਦੀ ਇਹ ਮਰਦੇ ਨਹੀਂ ਹੈਗੇ, ਇਹਨਾਂ ਨੂੰ ਤੁਸੀਂ ਰਿਵਾਈਵ ਕਰ ਸਕਦੇ ਹੋ। ਹਾਂ, ਪਹਿਲਾਂ ਇਹ ਹੁੰਦਾ ਸੀ, ਜਦੋਂ ਸਟ੍ਰੋਕ ਵੀ ਹੁੰਦਾ ਸੀ ਲੋਕਾਂ ਨੂੰ, ਇਹੀ ਸਮਝਿਆ ਜਾਂਦਾ ਸੀ ਕਿ ਦੇਖੋ ਦਿਮਾਗ ਨੂੰ ਤੁਹਾਡੇ ਖੂਨ ਨਹੀਂ ਪਹੁੰਚਿਆ ਤੇ ਸੈੱਲ ਮਰ ਗਿਆ, ਹੁਣ ਨਹੀਂ ਰਿਵਾਈਵ ਹੋਣੇ। ਤਾਂ ਫਿਰ ਇਹਨਾਂ ਨੇ ਰਿਸਰਚ ਕੀਤੀ, ਇਹਨਾਂ ਨੇ ਇਹ ਕਿਹਾ ਕਿ ਰੀਹੈਬ ਜਿਹਨੂੰ ਅਸੀਂ ਕਹਿੰਦੇ ਆ, ਜੌਨ ਹੌਪਕਿਨ ਯੂਨੀਵਰਸਿਟੀ ਵਾਲਿਆਂ ਨੇ ਗੱਲ ਕੀਤੀ ਹੈ ਕਿ ਜੇ ਤੁਸੀਂ ਇੱਕ ਅੰਗ ਨੂੰ 300 ਵਾਰ ਹਿਲਾਉਂਦੇ ਆ, ਜਿੱਦਾਂ ਤੁਹਾਡੀ ਬਾਂਹ ਉਹ ਚੱਲਣੋਂ ਹਟ ਗਈ ਸਟ੍ਰੋਕ ਤੋਂ ਬਾਅਦ, ਤੁਸੀਂ ਉਹਨੂੰ 300 ਵਾਰ ਇੱਦਾਂ ਹਿਲਾਉਂਦੇ ਆ, ਤੇ ਫਿਰ ਉਹ ਨਿਊਰੋਨਸ ਜਿਹੜੇ ਆ ਮੈਸੇਜ ਭੇਜਦੇ ਆ ਬ੍ਰੇਨ ਨੂੰ ਵੀ ਇਹਦੇ ਕੋਈ ਅੰਗ ਆ ਜਿਹੜਾ ਹਿਲਦਾ ਆ, ਤੇ ਫਿਰ ਉਹ ਬ੍ਰੇਨ ਉਹਦੇ ਸੈੱਲਸ ਬਣਾਉਣੇ ਸ਼ੁਰੂ ਕਰ ਦਿੰਦਾ। ਇਸੇ ਕਰਕੇ ਉਹ ਅੱਜ ਕੱਲ੍ਹ ਰੀਹੈਬ ਤੇ ਬਹੁਤ ਜ਼ੋਰ ਲਾਉਂਦੇ ਆ ਕਿ ਤੁਸੀਂ ਪ੍ਰੋਪਰਲੀ ਇਹਨੂੰ ਫਾਲੋ ਕਰੋ ਤੇ ਇਹ ਅੰਗ ਦੁਬਾਰਾ ਚੱਲਣ ਲੱਗ ਪੈਣਾ। ਇੱਕ ਹੋਰ ਐਕਸਪੈਰੀਮੈਂਟ ਕੀਤਾ ਫਲੋਰੀਡਾ ਯੂਨੀਵਰਸਿਟੀ ਨੇ, ਉਹ ਉਸ ਬੰਦੇ ਦਾ ਹੱਥ ਕੱਟਿਆ ਗਿਆ, ਉਹਨਾਂ ਨੇ ਹੱਥ ਦੇ ਨਾਲ ਇੱਕ ਆਰਟੀਫਿਸ਼ੀਅਲ ਹੱਥ ਬਣਾਇਆ ਔਰ ਉਹਨੂੰ ਉਹਦੇ ਬਾਂਹ ਦੇ ਨਾਲ ਜੋੜਿਆ ਤੇ ਉਹਦੀਆਂ ਬਾਂਹ ਦੀਆਂ ਨਰਵਸ ਦੇ ਨਾਲ ਜੋੜਿਆ, ਤੇ ਥੋੜੇ ਸਮੇਂ ਬਾਅਦ, ਮਤਲਬ ਇਹ ਮਹੀਨਿਆਂ ਦੀ ਗੱਲ ਨਹੀਂ ਤੇ ਸਾਲਾਂ ਦੀ ਗੱਲ ਆ, ਉਦੋਂ ਬਾਅਦ ਉਹ ਹੱਥ ਬੰਦ ਹੋ ਜਾਂਦਾ ਸੀ, ਖੁੱਲਦਾ ਸੀ, ਪ੍ਰੋਪਰ ਫੰਕਸ਼ਨ ਕਰਦਾ ਸੀ। ਉਹ ਇਹ ਨਵੀਂ ਇੱਕ ਤਕਨੀਕ ਆ, ਉਹਨਾਂ ਨੇ ਨਵੀਂ ਗੱਲ ਕੱਢੀ ਹੈ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਜਿਨ੍ਹਾਂ ਦੇ ਲਿੰਬਸ ਜਾਂਦੇ ਲੱਗਦੇ ਆ, ਹੱਥ ਵੱਢਿਆ ਜਾਂਦਾ, ਬਾਂਹ ਵੱਢੀ ਜਾਂਦੀ ਹੈ, ਆਪਣੇ ਕਹਿਣ ਲੱਗ ਪੈਂਦੇ ਟੁੰਡਾ ਆ ਗਿਆ, ਹੁਣ ਉਹਦੇ ਗਾਹਾਂ ਹੱਥ ਲਾਇਆ ਜਾ ਸਕਦਾ। ਲੱਗਦਾ ਤਾਂ ਟਾਈਮ ਆ, ਪੈਸੇ ਵੀ ਲੱਗਦੇ ਆ, ਪਰ ਇਹ ਹੋ ਸਕਦਾ ਹੈ। ਜੀ, ਸਾਇੰਸ ਤਰੱਕੀ ਕਰ ਰਹੀ ਹੈ। ਹਾਂਜੀ। ਪਰ ਸਾਇੰਸ ਇਹ ਸੋਚਣਾ ਚਾਹੀਦਾ ਕਿ ਸਾਇੰਸ ਸਾਡੇ ਬੜੀ ਯੰਗ ਆ। ਹਾਂਜੀ। 19ਵੀਂ ਸਦੀ ਦੇ ਵਿੱਚ ਕੁਛ ਤਬਦੀਲੀਆਂ ਆਈਆਂ, 20ਵੀਂ ਸਦੀ ਦੇ ਵਿੱਚ ਤੁਸੀਂ ਕਹੋਗੇ ਅੱਗੇ ਵਧੀ ਆ, 21ਵੀਂ ਸਦੀ ਦੇ ਵਿੱਚ ਹੌਲੀ ਹੌਲੀ ਵੱਧ ਰਹੀ ਆ, ਤਾਂ ਇਹਦੇ ਓਪੋਨੈਂਟਸ ਵੀ ਬਹੁਤ ਜ਼ਿਆਦਾ ਹੈ। ਹਾਂਜੀ। ਚਲੋ ਅੱਜ ਕੋਈ ਸਾਇੰਟੀਫਿਕ ਵਿਚਾਰ। ਹਾਂਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਇੰਟੀਫਿਕ ਗੱਲਾਂ ਬਾਤਾਂ ਕੀਤੀਆਂ ਨੇ, ਤਾਂ ਫਿਰ ਜਿਹੜਾ ਵਿਚਾਰ ਆ ਇਹ ਵੀ ਆਪਾਂ ਅੱਜ ਥੋੜਾ ਜਿਹਾ ਸਾਇੰਟੀਫਿਕ ਹੀ ਦੇ ਦਿੰਦੇ ਆ। ਅੱਜ ਦਾ ਵਿਚਾਰ ਹੈ ਜੀ, ਦਿਲ ਵਿੱਚ ਕੋਈ ਹੱਡੀ ਨਹੀਂ ਹੁੰਦੀ, ਫਿਰ ਵੀ ਇਹ ਟੁੱਟ ਜਾਂਦਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਸਾਡੀ ਈਮੇਲ ਹੈ info@radioindia.ca। ਡੇਲੀ ਨਿਊਜ਼ ਅਪਡੇਟ ਦੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਫੋਲੋ ਜ਼ਰੂਰ ਕਰੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ, ਜੋ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਉੱਥੇ ਜਾ ਕੇ ਸਾਡੇ ਪ੍ਰੋਗਰਾਮ ਸੁਣੋ। ਜੇ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ ਲਾਈਕ ਐਂਡ ਸ਼ੇਅਰ ਕਰ ਸਕਦੇ ਹੋ, ਪਰ ਜੇ ਤੁਹਾਨੂੰ ਕੋਈ ਵੀ ਪ੍ਰੋਗਰਾਮ ਚੰਗਾ ਨਹੀਂ ਲੱਗਦਾ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ
ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਤੇ ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ, ਕਿਉਂਕਿ ਅਸੀਂ ਸਪੈਸ਼ਲ ਪੈਕੇजेस ਲਗਾਏ ਹੋਏ ਆ ਤੁਹਾਡੇ ਬਜਟ ਦੇ ਵਿੱਚ ਵੀ ਤੁਹਾਡੇ ਲਈ ਪੈਕੇਜ ਅਸੀਂ ਬਣਾ ਕੇ ਦਿੰਨੇ ਆ। ਇਸ ਸੰਬੰਧੀ ਹੋਰ ਜਾਣਕਾਰੀ ਦੇ ਲਈ ਤੁਸੀਂ ਸਟੂਡੀਓ ਦੇ ਨੰਬਰ ਤੇ ਕਾਲ ਕਰ ਸਕਦੇ ਹੋ 6045929191 ਤੇ।